ਸਲੋਕਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦ ਅਚਲ ਬਟਾਲੇ ਸਾਹਿਬ ਗਏ ਹਨ, ਉੱਥੇ ਸਤਿਗੁਰਾਂ ਨੂੰ ਸਿੱਧ ਮਿਲੇ ਤਾਂ ਸਿੱਧਾਂ ਨੇ ਸਤਿਗੁਰਾਂ ਨੂੰ ਕਲਯੁਗ ਦੇ ਲੱਛਣ ਪੁੱਛੇ ਸਨ। ਤਾਂ ਸਤਿਗੁਰਾਂ ਨੇ ਇਹ ਪਾਵਨ ਸ਼ਲੋਕ ਉਚਾਰਨ ਕਰਕੇ ਸਿੱਧਾਂ ਨੂੰ ਕਲਯੁਗ ਦੇ ਲੱਛਣ ਦੱਸੇ ਨੇ। ਪਿਆਰ ਨਾਲ ਸੁਣੋ ਜੀ। ਸਤੀ ਪਾਪ ਕਰ ਸਤ ਕਮਾਹੇ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਾਵਨ ਸ਼ਲੋਕ ਉਚਾਰਨ ਕਰ ਰਹੇ ਨੇ, ਜੋ ਰਾਮਗਲੀ ਦੀ ਪਹਿਲੀ ਵਾਰ ਵਿੱਚ 11ਵੇਂ ਨੰਬਰ ਤੇ ਦਰਜ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਹੈ। ਸਤੀ ਪਾਪ ਕਰ ਸਤ ਕਮਾਹੇ। ਕਲਯੁਗ ਦੇ ਵਿੱਚ ਆਪਣੇ ਆਪ ਨੂੰ ਸਤਵਾਦੀ ਪਰਮਾਤਮਕ ਹੋਣ ਵਾਲੇ ਪੁਰਖ ਗੁਨਾਹ ਕਰਕੇ ਕੇਵਲ ਦਿਖਾਵੇ ਮਾਤਰ ਹੀ ਸਤ ਨੂੰ ਕਮਾਉਂਦੇ ਹਨ। ਪਾਪ ਪੂਰਵਕ ਸਤ ਨੂੰ ਕਮਾਉਂਦੇ ਨੇ ਜਾਂ ਨਿਸ਼ਚੈ ਕਰਕੇ ਪਾਪ ਕਰਮਾਂ ਨੂੰ ਕਮਾਉਣਾ ਕਰਦੇ ਹਨ। ਔਰ ਦੇਖਿਆ ਕਰ ਦੇਵਨ ਜਾਹੇ। ਕਲਯੁਗ ਦੇ ਪਖੰਡੀ ਗੁਰੂ ਖਾਣ ਪੀਣ ਵਾਸਤੇ ਪਦਾਰਥ ਲੈਣ ਦੇ ਬਹਾਨੇ ਚੇਲਿਆਂ ਨੂੰ ਸਿੱਖਿਆ ਘਰ ਵਿੱਚ ਹੀ ਦੇਣ ਜਾਇਆ ਕਰਨਗੇ। ਮਤਲਬ ਕਹਿਣ ਦਾ ਇਹ ਹੈ ਕਿ ਉਸਤਾਦੀ ਤੇ ਸ਼ਾਗਿਰਦੀ ਗੁਰੂ ਤੇ ਚੇਲੇ ਦਾ ਇਹ ਨਿਯਮ ਹੈ ਕਿ ਜਿਹੜਾ ਉਪਦੇਸ਼ ਲੈਣ ਵਾਲਾ ਹੈ ਉਹ ਖੁਦ ਆਪ ਚੱਲ ਕੇ ਆਏ, ਨਾ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ ਚੇਲੇ ਬੈਠਣ ਘਰਾਂ ਵਿੱਚ ਗੁਰ ਉਠ ਘਰੀ ਤਨਾੜੇ ਜਾਈ। ਚੇਲੇ ਸਾਜ ਵਜਾਈਂਦੇ ਨੱਚਣ ਗੁਰੂ ਬਹੁ ਬਿਧ ਭਾਈ। कलयुग की सुन साधना कर्म किरत की चले न राई। शुभ कर्म वाली किरत तो रत्ती भर भी ये नहीं चलती, सब काम पुठा हो रही है। पैसा प्रधान है जिथे किथे भी देखो, तो इसलिए जोड़े चेले पैसे वाले हुंदे ने उन्हां दे पासों माया की उगराही करने वास्ते गुरु और उस्ताद उन्होंने घरों में उन्होंने सिक्ख्या देन जाया करनगे या जाते ने। ते चेले या सिख बड़े आराम नाल आपदे घर विच बैठे हुए हुंदे ने। इस तरह ये कलयुग के लक्षण हैं। इस्तरी पुरख खटिया पाओ। कलयुग दे विच औरत दा पुरुष नाल तां प्रेम होया करेगा जे वो खटिया धन खट के लियावेगा। इसी प्रकार इस्तरी पुरख खटिया पाओ। जिहड़ी इस्त्री अपने मापियां तो खट्टी माया लिया करेगी, उस इस्त्री नाल पुरख दा प्रेम होया करेगा। दाज पिछे ਧੀਆਂ ਭੈਣਾਂ ਨੂੰ ਅੱਗ ਲਾ ਕੇ ਲੋਕ ਸਾੜ ਦਿੰਦੇ ਨੇ। ਇਹੀ ਕਲਯੁਗ ਹੈ। ਪਾਵੈ ਆਵੋ ਪਾਵੈ ਜਾਓ। ਜੇਕਰ ਘਰ ਵਿੱਚ ਧਨ ਨਹੀਂ ਆਵੇਗਾ ਤਾਂ ਭਾਵੇਂ ਉਹ ਘਰ ਵਿੱਚ ਆਵੇ ਤੇ ਭਾਵੇਂ ਚਲੀ ਜਾਵੇ। ਕਿਉਂ ਪੁਰਖ ਜਾਂ ਇਸਤਰੀ ਇੱਕ ਦੂਜੇ ਦੀ ਪਰਵਾਹ ਨਹੀਂ ਕਰਿਆ ਕਰਨਗੇ, ਅਜਿਹੇ ਬੇਵਿਚਾਰੀ ਹੋ ਜਾਇਆ ਕਰਨਗੇ। ਡੰਗਰ ਦਾ ਸੁਭਾਅ ਹੈ कि आप दी खुरली छड़ के बगानी में मूँह मारदा है। ਕਾਂ भी चंगा भला किसी का किसी इशनान लई धुप्पे रखिया होया दही चुंझ मार के ते गंदा कर दिंदा, ना तो आपदे जोगा ते ना ही दूसरे का रहन दिंदा। इयों जिहड़े साकत विषयी पुरख ने वो आप दा जिन्ना मर्जी सोहना घर होवे वो छड़ के ते बगानी घरां दे विच व्यभिचार करन जाया करनगे या करन जांदे ने ते दूसरे दा घर परिवार विगाड़ के लड़ाई पा लेंदे ने।
ये कलयुग है। शास्त्र वेद ना मन कोई, जो पंडित विद्वान ने वो शास्त्र अति वेदां नूं कोई भी नहीं मनेगा। आपो आपै पूजा होए, पखंडी गुरु आप अपनी देह की पूजा कराने लई तत्पर हो जाणगे। काजी होए कै बहन आए, काजी लोग न्यायकार होके न्याय करने वास्ते न्याय करने दी कुर्सी ते बैठिया करनगे। फिर तस्बीह करे खुदाए, पर हत्थां विच माला फेरदे होए मूँह नाल दिखावे मात्र अल्लाह अल्लाह करिया करनगे। वड्डी लैकै हक गवाए, ਅਤੇ ਨਿਆਂ ਕਰਨ ਵਾਲੇ ਵੱਡੀ ਰਿਸ਼ਵਤ ਲੈ ਕੇ ਹੱਕ ਗਵਾ ਦਿਆ ਕਰਨਗੇ। ਭਾਵ ਜਿਸ ਦਾ ਹੱਕ ਹੋਇਆ ਕਰੇਗਾ ਰਿਸ਼ਵਤ ਲੈ ਕੇ ਉਸ ਦੇ ਉਲਟ ਫੈਸਲਾ ਕਰਿਆ ਕਰਨਗੇ। ਹੱਕ ਦਾ ਮਤਲਬ ਹੈ ਸੱਚ ਨੂੰ ਤਾਂ ਬਿਲਕੁਲ ਹੀ ਗਵਾ ਦਿਆ ਕਰਨਗੇ। ਅੱਜ ਕੱਲ੍ਹ ਇਹੀ ਹੋ ਰਿਹਾ, ਜਿਨ੍ਹਾਂ ਦੀਆਂ 80-80 ਹਜ਼ਾਰ ਲੱਖ ਲੱਖ 1.5 ਲੱਖ ਰੁਪਏ ਤਨਖਾਹਾਂ ਨੇ, ਉਹ ਵਿਚਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ 500 ਰੁਪਏ ਦਿਹਾੜੀ ਵਾਲੇ ਬੰਦੇ ਕੋਲੋਂ ਰਿਸ਼ਵਤ ਚਾਹ ਰਿਹਾ ਹੈ। ਜਾਂ ਜਿਹਦੀ 700 ਰੁਪਇਆ ਦਿਹਾੜੀ ਹੈ 500 ਰੁਪਇਆ ਦੇ ਕੋਲ ਲੈ ਰਿਹਾ ਹੈ, ਉਹ ਵਿਚਾਰਾ ਆਪਦੇ ਘਰਦਿਆਂ ਨੂੰ ਕੀ ਖਿਲਾਏਗਾ। वड्डी लैकै हक गवाए, जो ਨਿਆਂ ਕਰਨ ਵਾਲੇ ਕਾਜੀ ਹੋਇਆ ਕਰਨਗੇ, ਜਿਵੇਂ ਅੱਜ ਕੱਲ ਜੱਜ ਆਦਿਕ ਨੇ, ਉਹ ਵੱਡੀ ਲੈ ਕੇ ਰਿਸ਼ਵਤ ਲੈ ਕੇ ਸੱਚ ਨੂੰ ਗਵਾ ਦੇਣਗੇ। जे को पुछै तां पढ़ सुनाए, ਜੇਕਰ ਕੋਈ ਪੁੱਛੇਗਾ ਤਾਂ ਸ਼ਰਅ ਆਦਿਕ ਦੀਆਂ ਪੁਸਤਕਾਂ ਪੜ੍ਹ ਕੇ ਸੁਣਾ ਦਿਆ ਕਰਨਗੇ। ਭਾਵ ਆਪਦੇ ਕੋਲੋਂ ਹੀ ਬਣਾ ਕੇ ਕਹਿ ਦਿਆ ਕਰਨਗੇ ਕਿ ਸ਼ਰਅ ਵਿੱਚ ਇੰਝ ਲਿਖੀ ਹੈ। ਜਿਵੇਂ ਇੱਕ ਨਗਰ ਵਿੱਚ ਤੇਲੀ ਬੰਦਾ ਰਹਿੰਦਾ ਸੀਗਾ, ਮਾਫ ਕਰਨਾ ਕਿਉਂਕਿ ਅੱਜ ਕੱਲ੍ਹ ਤਾਂ ਸਭ ਸਰਕਾਰੀ ਨੌਕਰੀਆਂ ਦੇ ਲੱਗੇ ਹੋਏ ਨੇ ਤੇ ਸਾਰੇ ਬਿਜ਼ਨਸਮੈਨ ਨੇ, ਬੜੀ ਤਰੱਕੀ ਕਰ ਗਿਆ ਸਾਡਾ ਸਮਾਜ। ਪੁਰਾਣੇ ਸਮਿਆਂ ਵਿੱਚ ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਉਸੇ ਤਰ੍ਹਾਂ ਦਾ ਹੀ ਉਹਦਾ ਨਾਮ ਪੈ ਜਾਂਦਾ, ਨਾਮ ਤੋਂ ਹੀ ਫਿਰ ਲੋਕ ਉਹਦੀ ਜਾਤ ਜਾਣਦੇ। ਸੋ ਜਿਹੜੇ ਤੇਲ ਕੱਢ ਕੇ ਵੇਚਣ ਵਾਲੇ ਸੋ ਕਹਿਣ ਤੇਲੀ, ਤੋ ਇੱਕ ਨਗਰ ਵਿੱਚ ਉਹ ਤੇਲ ਕੱਢਣ ਵਾਲਾ ਤੇਲੀ ਰਹਿੰਦਾ ਸੀਗਾ। ਇਹਨੇ ਖਾਲ ਆਦਿਕ ਖਵਾ ਖਵਾ ਕੇ ਆਪਣਾ ਬਲਦ ਚੰਗਾ ਨਰਵਾ ਕੀਤਾ ਹੋਇਆ ਸੀਗਾ। ਉੱਥੇ ਇੱਕ ਕਾਜੀ ਰਹਿੰਦਾ ਸੀ ਜੋ ਵੱਡੀ ਲੈ ਲੈ ਕੇ ਕੰਮ ਕਰਿਆ ਕਰਦਾ ਸੀ। ਉਸ ਕੋਲ ਵੀ ਇੱਕ ਬਲਦ ਰੱਖਿਆ ਹੋਇਆ ਸੀ ਜੋ ਬਹੁਤ ਕਮਜ਼ੋਰ ਜਿਹਾ ਸੀ। ਇੱਕ ਦਿਨ ਤੇਲੀ ਆਪਣੇ ਬਲਦ ਨੂੰ ਖੂਹ ਤੇ ਪਾਣੀ ਬਣਾਉਣ ਲਈ ਲੈ ਕੇ ਗਿਆ। ਉੱਥੇ ਕਾਜੀ ਦਾ ਲੜਕਾ ਵੀ ਆਪਣਾ ਬਲਦ ਲੈ ਕੇ ਆਇਆ ਸੀ। ਦੋਵੇਂ ਬਲਦ ਆਪਸ ਦੇ ਵਿੱਚ ਭਿੜ ਪਏ। ਤੇਲੀ ਦਾ ਬਲਦ ਜ਼ਿਆਦਾ ਬਲ ਵਾਲਾ ਸੀ, ਇਹਨੇ ਢੁੱਡ ਮਾਰ ਕੇ ਕਾਜੀ ਦੇ ਬਲਦ ਦੀ ਲੱਤ ਤੋੜ ਸੁੱਟੀ। ਤੇਲੀ ਬਹੁਤ ਘਬਰਾ ਗਿਆ ਤੇ ਭੱਜਾ ਭੱਜਾ ਕਾਜੀ ਦੇ ਪਾਸ ਚਲਾ ਗਿਆ। ਪਹਿਲਾਂ ਹੀ ਕਾਜੀ ਕੋਲ ਜਾ ਕੇ ਕਹਿਣ ਲੱਗਾ, ਹੇ ਕਾਜੀ ਸਾਹਿਬ, ਮੈਂ ਤੁਹਾਡੇ ਕੋਲ ਇੱਕ ਮਸਲਾ ਪੁੱਛਣਾ ਹੈ। ਕਹਿੰਦਾ, ਹਾਂ ਦੱਸ। ਕਹਿਣ ਲੱਗਾ ਵੀ ਜੇਕਰ ਦੋ ਬਲਦ ਆਪਸ ਵਿੱਚ ਭਿੜ ਪੈਣ ਤਾਂ ਇੱਕ ਦੀ ਲੱਤ ਟੁੱਟ ਜਾਏ ਤਾਂ ਉਹਦੇ ਉੱਪਰ ਕੀ ਮੁਕੱਦਮਾ ਹੋਏਗਾ। ਅੱਗੋਂ ਕਾਜੀ ਨੇ ਕਿਹਾ, ਪਸ਼ੂ ਕਿਹੜਾ ਕਿਸੇ ਦੇ ਸਿਖਾਏ ਹੁੰਦੇ ਨੇ, ਜੇ ਉਹ ਆਪਸ ਵਿੱਚ ਭਿੜ ਪਏ ਨੇ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ। ਇੰਨੇ ਚਿਰ ਨੂੰ ਕਾਜੀ ਦਾ ਲੜਕਾ ਆ ਗਿਆ। ਉਹਨੇ ਰੋਂਦੇ ਰੋਂਦੇ ਨੇ ਕਿਹਾ ਕਿ ਲੱਤ ਟੁੱਟਣ ਵਾਲਾ ਬਲਦ ਆਪਣਾ ਸੀ ਤੇ ਤੋੜਨ ਵਾਲਾ ਬਲਦ ਤੇਲੀ ਦਾ ਸੀ। ਤੇਲੀ ਇਹ ਗੱਲ ਸੁਣ ਕੇ ਵਾਪਸ ਜਾ ਰਿਹਾ ਸੀ। ਉਹਨੇ ਇਹ ਗੱਲ ਸੁਣ ਕੇ ਤੇਲੀ ਨੂੰ ਦੁਬਾਰਾ ਆਵਾਜ਼ ਮਾਰ ਕੇ ਬੁਲਾਇਆ, ਇੱਧਰ ਆ ਓਏ, ਕੀ ਕਹਿ ਰਿਹਾ ਸੀ, ਕੀ ਪੁੱਛ ਰਿਹਾ ਸੀ ਤੂੰ? ਮੇਰਾ ਧਿਆਨ ਹੋਰ ਪਾਸੇ ਸੀ।
कहन लगा जी तुहानू हुण पता चल ही गया। कहंदा हे तेली मैं पहला लाल किताब नूं वेखे तो बिना तेनू मसला दस दिता ते मैनू लाल किताब पहला खोल लैण दे। उस वेले काजी ने एक लाल रंग की किताब फड़ी ते 2-4 बार अपने कोलों ही इधर उधर पन्नियां नूं पलटा उल्टा के परत के कहन लगा लाल किताब बखाना यूं तेली बलद पढ़ाया क्यों, खल खवाए किया मस्टंड, बैल दा बैल 50 रुपये डन। इस प्रकार जे कोई मसला है तो अपनी मर्जी नाल ही ठगी मारन वास्ते मसला पढ़ के सुना दिंदे हन। लिखिया लुखिया कुछ नहीं हुंदा ते पर जिस तरह की आप नूं लोड़ हुंदी है उस तरीके का मसला कह के सुना देंगे भी इन्ना जुर्माना भर। इस तरह के कलयुग के जज, न्याय करने वाले वकील आदि, थानेदार, मोहतबार, पंच सरपंच की नंबरदार सब इको ही महकमा है। हेठा तो लैके उपर तक सब रिश्वत चल रही है। जिस मंत्री ने वोटां दे विच लोकां नूं शराब पिया पिया के आपदी कुर्सी लई है, उन्हें वो पैसे तहसीलदार बनने वाले को करोड़ तो लैना ही लैना ते गां जिन्हें करोड़ दे के तहसीलदारी लई उन्हें गां पटवारी कोलों 10 लाख लेना। तो इसने जिन्हें 10 लाख दे के पटवार पुना लिया उन्हें नंबरदार कोलों 5 लाख तो लैना ही लैना। जिहड़ा नंबरदार 5 लाख दे के बनिया उन्हें मेरे वर्गे कोलों टुटे फुटे सैन दे मोहर लाउण दे 1000-1500 2000 रुपया या रजिस्ट्री कराउण दा पक्का 10,000 रुपया रेट रखिया। ये कुछ तां ही हो रहा कि उन्हें आपदा घर पूरा करना। 2-4 साल 5 साल तो हुंदे ने, तो जिहड़ा खर्चा होया वो पूरा भी तो करना ही है। तो इस वास्ते ये कलयुग के लक्षण हैं। तुर का मंत्र कौन हृदय समाहे। MBBS की सीट करोड़ रुपये की विकती है ते जे किसी मैंबर की सिफारिश से भी ली जाए तो 50 लाख का वो डोनेशन है, क्योंकि उन्हें भी तो खिलाफ ला के मैंबरी ली हुई है। तो सबना नूं वंडना वरताउणा जो होया। तो जिहड़ा करोड़ रुपया दे के MBBS डॉक्टर बनिया वो लोगों में आके की भली गुजारेगा। वो तो गरीबां नूं चुक चुक के गलत टीके ला के गुरदे कट के वेच के आपदे पैसे पूरे करूगा। तो इस वास्ते सब कुछ हर थां रिश्वतखोरी चल रही है। तुरकां दा मंत्र कन्नां द्वारा सुन सुन के हिंदू आगुआं दे हिरदे विच महाराज कहंदे समा जाएगा। भाव तुरक मंत्र कन हृदय समाए। हिंदू आगुआं दा तुरकां वर्गा पहरावा होएगा, तुरकां वाली करतूत ते उही सुभाअ हो जाएगा। अर्थात कोई भी हिंदू फारसी पढ़न लगता है तो तुरक कलमा उहदे कन विच पहले ही सुनाउंदा है। कन्नां द्वारा सरवण कीता होया उही मंत्र हिरदे विच समाउंदा है। मुसलमानी हुकूमत समय दाइयां मुसलमान ही नियत कीतियां जांदियां सन। एक वेसवामा ते एक दाइयां, ये दोवें मुसलमाननियां हुंदियां सन भी बिना ही बनाउण दो, बिना ही कुछ करन दो बंदे आपदे आप ही मुसलमान बनी जान। जिस दाई ने बच्चे नूं जन्म दिता है वो बच्चे दे जन्म समय ही उहदे कन विच मुसलमानी धर्म का प्रभाव पाने लई कलमा पढ़ के सुना दिया करदियां सन। ते वेसवावां सब मुसलमानियां उन्हां दी संगत करके सबना दा धर्म बर्बाद। इस तरह जो बच्चे ने सुनिया है तो जिसने जिसका संग किया उही उहदे दिल च जाके समाऊगा। तो इउं बच्चा वड्डा होके तुरक बन जाता सी ते वड्डे होके जो कर्म कर दे ते उहदा काहदा धर्म रहा है जिन्हें आपदे निजम नूं ही छड्ड दिता। इस तरह ये कलयुग दे लक्षण हैं।
ਲੋਕ ਮਹਾਵੈ ਚਾੜੀ ਖਾਹੇ। ਫਿਰ ਤੁਰਕਾਂ ਕੋਲ ਚਾੜੀ ਚੁਗਲੀ ਖਾ ਕੇ, ਭਾਵ ਲਗਾ ਕੇ ਲੋਕਾਂ ਦੇ ਧਨ ਨੂੰ ਲੁਟਾਇਆ ਕਰਨਗੇ। ਚੁਗਲੀ ਵਾਲਾ ਬੰਦਾ ਪ੍ਰਧਾਨ ਮੰਨਿਆ ਜਾਂਦਾ, ਉਹਦਾ ਹਰੇਕ ਮਹਿਕਮੇ ਵਿੱਚ ਸਤਿਕਾਰ ਕੀਤਾ ਜਾਂਦਾ, ਕਿਉਂਕਿ ਕੁਰਸੀਆਂ ਚੱਲਦੀਆਂ ਹੀ ਚੁਗਲਖੋਰਾਂ ਦੇ ਆਸਰੇ ਨੇ। ਜਿੰਨਾ ਵੱਧ ਕੋਈ ਚੁਗਲੀ ਮਾਰੇਗਾ ਉਨਾ ਹੀ ਉਹ ਵੱਡਾ ਅਹੁਦੇਦਾਰ ਹੋਵੇਗਾ, ਹਰ ਖੁਸ਼ਹਾਲ ਹੋਵੇਗਾ, ਇਨਾਮ ਪ੍ਰਾਪਤ ਕਰੇਗਾ। ਇਉਂ ਚੁਗਲੀ ਪ੍ਰਧਾਨ ਹੈ। ਤੁਰਕਾਂ ਕੋਲ ਚੁਗਲੀ ਲਗਾ ਕੇ ਲੋਕਾਂ ਦੇ ਧਨ ਨੂੰ ਲੁਟਾਇਆ ਕਰਨਗੇ। ਸ਼ਹੀਦ ਬਾਬਾ ਤਾਰੂ ਸਿੰਘ ਸਾਹਿਬ ਜੀ, ਉਹਦੀ ਚੁਗਲੀ ਵੀ ਇਹ ਸਿੱਖ ਹੈ, ਸਿੱਖਾਂ ਨੂੰ ਜੰਗਲ ਵਿੱਚ ਜਾ ਕੇ ਰੋਟੀਆਂ ਖਿਲਾਉਂਦਾ ਹੈ। ਉਹ ਹਰ ਭਗਤ ਜੰਡਿਆਲੇ ਵਾਲੇ ਨੇ ਚੁਗਲੀ ਮਾਰੀ ਸੀਗੀ। ਇਉਂ ਬੜੇ ਲੋਕ ਇਸ ਤਰ੍ਹਾਂ ਦੇ ਹੋ ਗੁਜ਼ਰੇ ਨੇ ਜੋ ਚੁਗਲੀਆਂ ਕਰ ਕਰਕੇ ਤੇ ਅਨੇਕਾਂ ਦਾ ਹੀ ਨੁਕਸਾਨ ਕਰਦੇ ਤੇ ਪਿੱਛੇ ਕੀਤਾ। ਇਉਂ ਕਲਯੁਗ ਦੇ ਲੱਛਣ ਹਨ। ਚੌਂਕਾਂ ਦੇ ਕੈ ਸੁੱਚਾ ਹੋਏ। ਜੋ ਚੌਂਕਾ ਦੇ ਕੇ ਪਵਿੱਤਰ ਹੋਣ ਵਾਲਾ ਹੈ, ਐਸਾ ਹਿੰਦੂ ਵੇਖਾ ਕੋਈ। ਅਜਿਹਾ ਹਿੰਦੂ ਕੋਈ ਵੇਖਣਾ ਕਰੋਗੇ। ਭਾਵ ਹਿੰਦੂਆਂ ਦੇ ਆਗੂ ਲੋਕ ਤੁਰਕਾਂ ਵਾਂਗ ਹੀ ਹੋ ਜਾਣਗੇ। ਅਰਥਾਤ ਅਜਿਹਾ ਕੋਈ ਹੀ ਹਿੰਦੂ ਹੋਵੇਗਾ ਜੋ ਚੌਂਕਾ ਦਿੰਦਾ ਹੋਵੇ ਤੇ ਫਿਰ ਸੁੱਚਾ ਹੋਵੇ। ਭਾਵ ਚੌਂਕਾ ਦੇਣ ਵਾਲੇ ਹਿੰਦੂ ਖਾਸ ਕਰਕੇ ਭ੍ਰਿਸ਼ਟੇ ਜਾਣਗੇ। ਜੋਗੀ ਗਿਰਹੀ ਜਟਾ ਵਿਭੂਤਾ। ਕਲਯੁਗ ਦੇ ਜੋਗੀ ਗ੍ਰਸਤੀ ਹੋਇਆ ਕਰਨਗੇ, ਅਰ ਸਿਰ ਦੇ ਉੱਪਰ ਜਟਾਵਾਂ ਰੱਖੀਆਂ ਹੋਇਆ ਕਰਨਗੀਆਂ। ਅੱਗੇ ਪਾਛੈ ਰੂਹ ਭੂਤਾ। ਅਤੇ ਸਰੀਰ ਦੇ ਉੱਪਰ ਵਿਭੂਤ ਸਵਾਹ ਮਲੀ ਹੋਇਆ ਕਰੇਗੀ। ਅੱਗੇ ਪਿੱਛੇ ਪੁੱਤਰ ਬੱਚੇ ਉਹਨਾਂ ਦੇ ਰੋਂਦੇ ਫਿਰਿਆ ਕਰਨਗੇ। ਇਸ ਤਰ੍ਹਾਂ ਦੇ ਜੋਗੀ ਗ੍ਰਸਤੀ ਬਾਬੇ ਹੋਣਗੇ ਕਲਯੁਗੀ। ਸੋ ਇੱਥੇ ਤਾਂ ਬੱਚਿਆਂ ਦੀ ਵੈਸੀ ਗੱਲ ਲਿਖੀ ਹੈ ਤੇ ਪਰ ਉਹ ਜਿਹੜਾ ਪਹਿਲੀ ਉਮਰ ਦੇ ਵਿੱਚ ਨਿਯਮ ਨਿਭ ਜਾਣਾ ਗ੍ਰਸਤ ਬਣੇ ਦਾ, ਉਹ ਗੱਲ ਕੁਝ ਹੋਰ ਹੁੰਦੀ ਹੈ। ਪਰ ਜੋ ਮਸ਼ਹੂਰੀ ਕਰਾ ਕੇ ਆਪਦੇ ਆਪ ਨੂੰ ਡੀਂਗਾ ਮਾਰ ਮਾਰ ਕੇ ਕਿ ਮੈਂ ਇੰਝ ਮੈਂ ਉਂਝ, ਦੁਬਾਰ ਤੋਂ ਫਿਰ ਚਰਖਾ ਸੇੜਨਾ ਤੇ ਆਪਦੇ ਮਤਲਬ ਨਾਲ, ਆਪਦੀ ਪਸੰਦ ਦੇ ਨਾਲ, ਆਪਦੀ ਮਰਜ਼ੀ ਦੇ ਨਾਲ ਤੇ ਕਿਸੇ ਨੂੰ ਆਪਦੇ ਪ੍ਰਭਾਵ ਹੇਠ ਲਿਆ ਕੇ ਇਹ ਗ੍ਰਸਤਪੁਣਾ ਸਹੇੜਨਾ ਤੇ ਪਿਛਲੀ ਉਮਰ ਦੇ ਵਿੱਚ ਉਹ ਨਿੰਦਿਆਯੋਗ ਹੈ। ਇੰਝ ਸੋ ਪਹਿਲਾਂ ਤਾਂ ਕਹਿੰਦਾ ਮੈਂ ਜੋਗੀ ਬਣ ਗਿਆ, ਮੈਂ ਸਾਧ ਬਣ ਗਿਆ। ਕਈ ਗੁਰੂ ਅਖਵਾ ਕੇ ਵੀ ਵੇਖੋ। ਸੋ ਉੱਪਰੋਂ ਕਹਿੰਦੇ ਨੇ ਕਿ ਆਪਾਂ ਬੇਹੰਗਮ ਤੇ ਦੂਸਰਿਆਂ ਦੇ ਜੀਵਨ ਨੂੰ ਵਿਗਾੜਨ ਵਿੱਚ ਲੱਗੇ ਹੋਏ ਹਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਨੇ ਆਪਦੇ ਜੋਗ ਦੀ ਜੁਗਤੀ ਨੂੰ ਗਵਾ ਲਿਆ ਹੈ। ਕੋਈ ਜਟਾਧਾਰੀ, ਕੋਈ ਜੋਗੀ, ਕੋਈ ਸਵਾਹ ਮਿਲਿਆ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਪਹਿਲੀ ਗੱਲ ਤਾਂ ਤੂੰ ਵਿਆਹ ਕਰਾ ਤੇ ਆਪਦੇ ਘਰ ਬੈਠ, ਤੇ ਪਰ ਜੇ ਤੂੰ ਨਿੰਦਿਆ ਕਰਕੇ ਤੇ ਸਾਧ ਬਣ ਗਿਆ ਹੈ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਜੇ ਗ੍ਰਸਤੀਆਂ ਹੋਇਆ ਤਾਂ ਧਰਮੀ ਬਣ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਬਣਾਏ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਭਾਗ। ਜੇ ਵੈਰਾਗੀ ਬਣ ਗਏ ਫਿਰ ਬੰਧਨਾਂ 'ਚ ਪੈ ਗਿਆ, ਉਹਦੇ ਵਰਗਾ ਖੋਟੇ ਭਾਗਾਂ ਵਾਲਾ ਕੋਈ ਨਹੀਂ। ਇਉਂ ਸੋ ਸਰੀਰ ਤੇ ਸਵਾਹ ਮਲੀ ਹੋਇਆ ਕਰੂਗੀ ਤੇ ਪਿੱਛੇ ਤੇ ਅੱਗੇ ਕਿੰਨੇ ਕਿੰਨੇ ਨਿਆਣੇ ਹੋਇਆ ਕਰਨਗੇ। ਇਹ ਕਲਯੁਗ ਦੇ ਲੱਛਣ ਹਨ। ਜਿਵੇਂ ਜਿਹੜਾ ਵਿਸ਼ਵਾਮਿੱਤਰ ਸੀਗਾ, ਉਹਦਾ ਨਾਂ ਹੀ ਵਿਸ਼ਵਾਮਿੱਤਰ ਤਾਂ ਪਿਆ। ਵਿਸ਼ਵਾਮਿੱਤਰ ਦਾ ਮਤਲਬ ਵੇਸਵਾ ਦਾ ਮਿੱਤਰ। ਉਹਨੇ ਵੇਸਵਾ ਨੂੰ ਆਪ ਦਾ ਮਿੱਤਰ ਬਣਾ ਲਿਆ ਤੇ
ਚੰਗਾ ਭਲਾ ਵਿਦਵਾਨ ਸੀਗਾ, ਪ੍ਰਚਾਰਕ ਸੀਗਾ, ਪਰ ਵੇਸ਼ਵਾ ਨੂੰ ਮਿੱਤਰ ਬਣਾਉਣ ਕਰਕੇ ਉਹਦਾ ਜੀਵਨ ਖਤਮ ਹੋ ਗਿਆ। ਤੇ ਇਸ ਲਈ ਜਿਹੜਾ ਆਪਾਂ ਸਰਿੰਗੀ ਰਿਖੀ ਤੇ ਸੌਰਭ ਰਿਖੀ ਵਰਗੇ ਜਿਨ੍ਹਾਂ ਕਿਤੇ ਇਸਤਰੀ ਜਾਤ ਨੂੰ ਦੇਖਿਆ ਤੱਕ ਨਹੀਂ ਸੀ, ਇੱਕ ਵਾਰ ਬੜੀ ਔੜ ਲੱਗੀ ਤੇ ਰਾਜੇ ਨੇ ਜੋਸ਼ੀਆਂ ਨੂੰ ਪੁੱਛਿਆ ਕਿ ਮੀਂਹ ਕਿਵੇਂ ਪਏਗਾ। ਉਹਨਾਂ ਆਖਿਆ ਵੀ ਜਿਹੜਾ ਸਰਿੰਗੀ ਰਿਖੀ ਹੈ ਨਾ, ਸਰਿੰਗੀ ਰਿਖੀ, ਉਹ ਬੜਾ ਬ੍ਰਖਤ ਬ੍ਰਹਮ ਗਿਆਨੀ ਹੈ, ਜੋ ਚਰਨ ਪਾ ਦੇ ਤੁਹਾਡੇ ਦੇਸ਼ ਵਿੱਚ ਆ ਕੇ, ਉਹਦੇ ਚਰਨ ਪੈਣ ਤੋਂ ਹੀ ਮੀਂਹ ਪੈ ਜਾਏਗਾ। ਰਾਜੇ ਨੇ ਬੜੇ ਬੰਦੇ ਭੇਜੇ, ਆ ਵੀ ਗਿਆ, ਕਹਿਣ ਲੱਗਾ ਜਾ ਜਾਓ ਆਪਦਾ ਕੰਮ ਕਰੋ, ਮੇਰਾ ਸ਼ਹਿਰ 'ਚ ਜਾਣ ਦਾ ਮਤਲਬ ਕੀ ਹੋਇਆ, ਤੁਸੀਂ ਦੱਸੋ। ਜਵਾਬ ਦੇ ਦਿੱਤਾ ਤੇ ਇੱਕ ਬੀਬੀ ਸੀ ਬੜੀ ਸਿਆਣੀ, ਬੜੀ ਚੁਸਤ, ਬੜੀ ਚਲਾਕ ਤੇ ਹੈ ਸੀ ਉਹ ਵੇਸਵਾ ਕਰਮੀ। ਕਹਿਣ ਲੱਗੀ ਰਾਜਨ, ਮੇਰਾ ਤਾਂ ਕੰਮ ਹੀ ਹੈ ਪੈਸੇ ਲੈ ਕੇ ਕੰਮ ਕਰਨਾ, ਤੁਸੀਂ ਮੈਨੂੰ ਪੈਸੇ ਦਿਓ, ਮੈਂ ਤੁਹਾਡਾ ਇਹ ਕੰਮ ਬੜਾ ਸੌਖਾ ਕਰ ਦਿਆਂਗੀ। ਉਹ ਸਾਧ ਭੱਜਾ ਆਵੇਗਾ ਸ਼ਹਿਰ ਨੂੰ ਬਿਨਾਂ ਹੀ ਤੁਹਾਡੇ ਬੁਲਾਉਣ ਤੋਂ। ਜਾ ਕੇ ਸਭ ਤੋਂ ਪਹਿਲਾਂ ਉਹਨੇ ਵੇਦਾਂ ਦੀਆਂ ਰਿਚਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਬੜੀ ਸੁਰੀਲੀ ਆਵਾਜ਼ ਵਿੱਚ। ਇਹ ਮੰਤਰ ਮੁਗਧ ਹੋ ਗਿਆ। ਪਹਿਲੇ ਦਿਨ ਤਾਂ ਦਿਖੀ ਨਹੀਂ, ਲੱਭਦਾ ਰਿਹਾ, ਕਿਉਂ 2-4 ਦਿਨ ਜਦ ਸੁਣਨ ਦਾ ਆਦੀ ਹੋ ਗਿਆ ਤੇ ਸਾਹਮਣੇ ਚਲੀ ਗਈ। ਇਹਨੂੰ ਪਹਿਚਾਨ ਨਹੀਂ ਸੀ। ਪੁੱਛਿਆ ਵੀ ਤੂੰ ਕੌਣ ਹੈ? ਕਹਿੰਦੇ ਮੈਂ ਤਾਂ ਸਵਰਗਾਂ ਤੋਂ ਆਈ ਹਾਂ। ਇਸ ਵਾਸਤੇ ਉਹਨੇ ਸੋਚਿਆ ਵੀ ਇਹ ਦੇਵੀ ਦੇਵਤੇ ਨੇ ਭੁਲੇਖੇ 'ਚ ਪਾ ਕੇ ਤੇ ਹੌਲੀ ਹੌਲੀ ਪਹਿਲਾਂ ਦੂਰ ਫਿਰ ਹੌਲੀ ਹੌਲੀ ਨੇੜੇ ਕਰਦਿਆਂ ਕਰਾਉਂਦੇ ਆ। ਉਹਨੇ ਆਪਦੇ ਪ੍ਰਭਾਵ 'ਚ ਲਿਆ ਕੇ ਉਹਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ। ਲਾਗੇ ਹੀ ਸਭ ਆਸਣ ਲੱਗ ਗਿਆ ਤੇ ਇੰਜ ਕਰਦਿਆਂ ਕਰਾਉਂਦਿਆਂ ਕਾਫੀ ਨਿਆਣੇ ਬੱਚੇ ਹੋ ਗਏ ਤੇ ਕੋਈ ਮੋਢੇ ਤੇ, ਕੋਈ ਅੱਗੇ, ਕੋਈ ਪਿੱਛੇ, ਕੋਈ ਸੱਜੇ, ਕੋਈ ਖੱਬੇ ਤੇ ਆਪ ਹੱਥ ਦੇ ਵਿੱਚ ਛਟੀ ਜਿਹੀ ਡੰਡਾ ਛੋਟਾ ਜਿਹਾ ਪੜ ਲਿਆ ਤੇ ਸਾਧ ਨੂੰ ਅੱਗੇ ਲਾ ਲਿਆ। ਜਿਸ ਵਕਤ ਸ਼ਹਿਰ 'ਚ ਆਇਆ ਕਹਿਣ ਲੱਗੀ ਵੇਖ ਲੋ ਰਾਜਨ, ਇਹੀ ਸਾਧ ਜੋਗੀ ਗਿਰਹੀ ਜਟਾ ਵਿਭੂਤ। बड़े बड़े जोगी ते बड़े बड़े जटावां वाले, बड़ी बड़ी विभूति स्वाह मले हुए सरिंगी रिखी वर्गे ਜਿਹੜੇ बड़े बड़े ਵੱਡੇ ਸਾਧ ਸਨ, ਜਿਨ੍ਹਾਂ ਕਦੀ ਇਸਤਰੀ ਜਾਤ ਨੂੰ ਦੇਖਿਆ ਤੱਕ ਨਹੀਂ, ਸ਼ਹਿਰ ਵਿੱਚ ਆਉਣਾ ਤਾਂ ਕੀ ਸੋਚਿਆ ਵੀ ਨਹੀਂ। ਵੇਸਵਾ ਨੇ ਹੱਥ ਵਿੱਚ ਡੰਡਾ ਪਕੜ ਕੇ ਨਿਆਣਿਆਂ ਸਮੇਤ ਸ਼ਹਿਰ ਦੇ ਵਿੱਚ ਚਰਨ ਪਾ ਕੇ ਤੇ ਮੀਂਹ ਪਵਾਤਾ। ਪਤਾ ਲੱਗਣ ਤੋਂ ਸਭ ਕੁਝ ਹੀ ਛੁੱਟ ਕੇ ਦਰਬਾਰ ਤੋਂ ਫਿਰ ਨੂੰ ਜੰਗਲ ਨੂੰ ਚਲਾ ਗਿਆ। ਇਹ ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ। ਜਿਹੜਾ ਗੋਰਖ ਦਾ ਗੁਰੂ ਮਛੰਦਰਨਾਥ ਹੋਇਆ, ਇਹ 10ਵੇਂ ਦਵਾਰ ਵਿੱਚ ਸਮਾਧੀ ਲਾ ਕੇ ਤੇ ਸੰਗਲਾਦੀਪ ਦੇ ਵਿੱਚ ਨਾਚ ਵੇਖਦਾ ਹੁੰਦਾ ਸੀਗਾ। ਜੋ ਪਦਮਨੀ ਜਾਤ ਦੀਆਂ ਇਸਤਰੀਆਂ ਉਹਨਾਂ 'ਚ ਧਿਆਨ ਚਲਾ ਗਿਆ। ਪਤਾ ਲੱਗਾ ਕਿ ਅਮਰੂ ਦੇ ਜਿਹੜਾ ਅਮਰੂ ਰਾਜਾ ਸੰਗਲਾਦੀਪ ਦਾ ਉਹ ਚੜ੍ਹਾਈ ਕਰ ਗਿਆ, ਉਹਦੀ ਦੇਹ ਸੁੰਨੀ ਹੋ ਗਈ ਜੀਵ ਆਤਮਾ ਤੋਂ ਬਗੈਰ। ਇਹਨੇ ਆਪਦੇ ਜਿਹੜੇ ਸਵਾਸੀ 10ਵੇਂ ਦਵਾਰ ਚੜ੍ਹਾਏ ਤੇ ਵਿੱਚੋਂ ਆਪਦੀ ਰੂਹ ਕੱਢ ਕੇ ਉਹ ਅਮਰੂ 'ਚ ਪਾਤੀ ਤੇ ਕਿੰਨੇ ਸਾਲ ਉੱਥੇ ਰਾਣੀਆਂ ਦੇ ਸੁੱਖ ਭੋਗਦਾ ਰਿਹਾ। ਫਿਰ ਬਾਲ ਗੁੰਦਾਈ ਨੇ ਆ ਕੇ ਗੋਰਖ ਨੂੰ ਤਾਨਾ ਮਾਰਿਆ ਵੀ ਤੂੰ ਵੱਡਾ ਜੋਗੀ ਬਣਿਆ ਫਿਰਦਾ, ਤੇਰੇ ਗੁਰੂ ਦਾ ਪਤਾ ਕੀ ਹਾਲ ਹੈ। ਜਾਂ ਸਾਰੀ ਗੱਲ ਦੱਸੀ ਤਾਂ ਫਿਰ ਮੁੰਦਰਾਂ ਵਾਲੇ ਕੰਨ ਢੱਕ ਕੇ ਭੇਸ ਬਦਲਾ ਕੇ ਸੰਗਲਾਦੀਪ ਗਿਆ। ਉਹਦੇ ਦਰਬਾਰ ਵਿੱਚ ਜੋੜੀ ਵਾਲੇ ਉਸਤਾਦ ਕੋਲੋਂ ਜੋੜੀ ਸਿੱਖ ਕੇ ਤੇ ਬੇਨਤੀ ਕਰਕੇ ਉੱਥੇ ਇੱਕ ਵਾਰ ਨਾਲ ਜਾ ਕੇ ਤੇ ਜੋੜੀ ਵਜਾਉਂਦਿਆਂ ਹੋਇਆਂ ਛਾਪ ਲਾ ਕੇ ਵਿੱਚੋਂ ਬੋਲ ਕੱਢੇ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ।
ਇਹਨੂੰ ਉਹਦੀ ਮੁਰਦਾ ਦੇਹ ਵਿੱਚੋਂ ਕੱਢ ਕੇ ਇਹਦੀ ਆਪਦੀ ਦੇਹ 'ਚ ਮੈਨੂੰ ਪਾਇਆ। ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਲਿਆਇਆ ਤਾਂ ਸਾਹਿਬਾਂ ਨੇ ਉਪਦੇਸ਼ ਦਿੱਤਾ, ਸੁਨ ਮਾਸ਼ੰਦਰਾ ਨਾਨਕ ਬੋਲੇ, ਵਸਗਤ ਪੰਜ ਕਰੀ ਨੇ ਡੋਲੇ। ਇੰਜ ਪਾਸ਼ਾ ਜੀ ਫਰਮਾਨ ਕਰਦੇ ਹਨ, ਜੋਗੀ ਜੋਗੀ ਗਿਰਹੀ ਜਟਾ ਵਿਭੂਤ। ਕਲਯੁਗ ਦੇ ਜੋਗੀ ਗ੍ਰਸਤੀ ਹੋਇਆ ਕਰਨਗੇ, ਸਿਰ ਤੇ ਜੜਾਵਾਂ ਰੱਖੀਆਂ ਹੋਣਗੀਆਂ, ਸਰੀਰ ਤੇ ਸਵਾਹ ਮਿਲੀ ਹੋਇਆ ਕਰੇਗੀ ਤੇ ਪਰ ਅੱਗੇ ਪਾਛੈ ਰੋਵੈ ਪੂਤਾ। ਅੱਗੇ ਪਿੱਛੇ ਉਹਨਾਂ ਦੇ ਪੁੱਤਰ ਬੱਚੇ ਬੱਚੀਆਂ ਰੋਂਦੇ ਫਿਰਿਆ ਕਰਨਗੇ। ਜੋਗ ਨ ਪਾਇਆ ਜੁਗਤ ਗਵਾਈ। ਪਰਮੇਸ਼ਰ ਵਿੱਚ ਜੁੜਨਾ ਨਹੀਂ ਪਾਉਣਗੇ, ਇਉਂ ਜੋਗ ਦੀ ਜੁਗਤੀ ਵੀ ਗਵਾ ਲੈਣਗੇ। ਕਿਤ ਕਾਰਣ ਸਿਰ ਛਾਈ ਪਾਈ। ਆਦਿ ਵਾਸਤੇ ਉਹਨਾਂ ਜੋਗੀ ਬਣ ਕੇ ਸਿਰ 'ਚ ਸਵਾਹ ਪਾਈ, ਭਾਵ ਉਹਨਾਂ ਦੀ ਸਿਰ ਵਿੱਚ ਸਵਾਹ ਪਾਈ, ਕਿਸੇ ਅਰਥ ਨਹੀਂ, ਉਹਨਾਂ ਦੇ ਜੋਗ ਨਿਸਫਲ ਹੀ ਹੈ। ਨਾਨਕ ਕਲ ਕਾਇਓ ਪਰਵਾਣ। ਅੱਜ ਦਾ ਪ੍ਰਕਰਨੀ ਹੁਣ ਕਲਯੁਗ ਦਾ। ਮਹਾਰਾਜ ਨੇ ਬਚਨ ਸਹੀ ਆਖਿਆ, ਸੱਚ ਨੂੰ ਤਾਂ ਹੁਣ ਸੱਚ ਕਹਿਣਾ ਪਏਗਾ, ਮੰਨਣਾ ਪਏਗਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਨੇ ਕਿ ਕਲਯੁਗ ਦਾ ਇਹ ਕਰਮ ਪ੍ਰਵਾਨ ਹੋ ਰਿਹਾ, ਜੋ ਉਪਰੋਕਤ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਇਹ ਪ੍ਰਮਾਣਿਕ ਹੋ ਜਾਣਗੀਆਂ, ਜਾਂ ਕਲਯੁਗ ਦਾ ਇਹ ਪ੍ਰਵਾਨਾ ਭਾਵ ਨਿਸ਼ਾਨੀ ਹੈ। ਕਿਤੇ ਦੇਸ ਨਾ ਆਇਆ ਸੁਣੀਐ, ਕਿਤੇ ਦੇਸ ਨਾ ਬੈਠਾ। ਦਾਤਾ ਦਾਨ ਕਰੇ ਨੀ ਸੀਜੈ, ਤਪ ਕਰ ਤਪ ਨਾ ਹੋਈ। ਜੇ ਕੋ ਲੈ ਨਾਉ ਲਏ ਬੰਦਨਾ ਵੀ ਕਲਕੀ ਲਖਣੇ। ਕਲਯੁਗ ਦੇ ਸਿਰ ਦੇ ਸਿੰਘ ਨਹੀਂ ਵੀ ਕੋਈ ਦੈਂਤ ਸਾਨੂੰ ਟੁੱਡ ਮਾਰਨਾ ਆਊਗਾ। ਕਲਯੁਗ ਬੰਦਿਆਂ ਦੇ ਸੁਭਾਅ ਬਦਲਣ ਦਾ ਨਾਮ ਹੀ ਹੈ। ਚੰਗੇ ਭਲੇ ਬੰਦੇ ਰਿਸ਼ਵਤਖੋਰ ਹੋ ਜਾਣਗੇ, ਚੰਗੇ ਭਲੇ ਝੂਠ ਮਾਰੀ ਜਾਣਗੇ, ਤੋ ਸਗੇ ਮਾਂ ਪਿਓ ਦੇ ਭੈਣ ਭਰਾਵਾਂ ਦੇ ਆਪਸ 'ਚ ਵੈਰੀ ਬਣ ਜਾਣਗੇ। ਜਿਹੜੇ ਝੂਠੇ ਬੰਦੇ ਨੇ ਉਹ ਸਾਡੀ ਲੜਾਈ ਦਾ ਬੈਨੀਫਿਟ ਲੈਂਦੇ ਨੇ। ਜੇ ਝਗੜਾ ਨਾ ਹੋਵੇ, ਸਾਡੇ ਨਾਲ ਗੁੱਜਰ ਹੀ ਚੰਗੇ ਨੇ। ਗੁੱਜਰ ਉਹ ਕਦੀ ਕੋਰਟ ਕਚਹਿਰੀ ਨਹੀਂ ਜਾਂਦੇ, ਆਪਸ ਹੀ ਉਹਨਾਂ ਨੇ ਪੰਚਾਇਤ ਬਣਾਈ ਹੁੰਦੀ ਹੈ, ਬਹਿ ਕੇ ਫੈਸਲਾ ਕਰ ਲੈਂਦੇ ਨੇ। ਤੋ ਅਸੀਂ ਜਿੰਨਾ ਪੈਸਾ ਵਕੀਲਾਂ ਨੂੰ, ਜੱਜਾਂ ਨੂੰ ਕਚਹਿਰੀਆਂ ਵਿੱਚ ਬਰਬਾਦ ਕਰਦੇ ਹਾਂ, ਜੇ ਭਰਾ ਭਰਾ ਵੰਡ ਕੇ ਖਾਣ ਤਾਂ ਕਿੰਨੀ ਖੁਸ਼ਹਾਲੀ ਹੋਵੇ। ਇਸ ਵਾਸਤੇ ਇਹ ਕਲਯੁਗ ਦੀ ਨਿਸ਼ਾਨੀ ਹੈ ਵੀ ਆਪਦੇ ਭਰਾ ਨੂੰ ਛੱਡ ਕੇ ਦੂਜੇ ਨਾਲ ਦੋਸਤੀ ਪਾਉਣਗੇ। ਜਿਹੜਾ ਨਾ ਜਾਣਦਾ ਨਾ ਬੁੱਝਦਾ ਹੈ, ਪਤਾ ਨਹੀਂ ਕਿਹੜੇ ਵੇਲੇ ਉਹਨੇ ਧੋਖਾ ਦੇ ਜਾਣਾ ਹੈ। ਇਸ ਲਈ ਇਹ ਕਲਯੁਗ ਦੀ ਨਿਸ਼ਾਨੀ ਹੈ। ਆਪੇ ਆਖਣ ਆਪੇ ਜਾਣਾ। ਪਹਿਲਾਂ ਆਪ ਹੀ ਦੂਸਰੇ ਦੀ ਸ਼ੋਭਾ ਘਟਾਉਣ ਵਾਸਤੇ ਸਵਾਲ ਆਖਿਆ ਕਰਨਗੇ। ਕਈਆਂ ਦਾ ਮੂਰਖਪੁਣਾ ਹੁੰਦਾ, ਸੁਭਾਅ ਹੁੰਦਾ, ਉਹਨਾਂ ਜਿਹੜੀ ਗੱਲ ਦਾ ਪਤਾ ਉਹਦਾ ਸਵਾਲ ਉਹੀ ਕਰਨਾ ਹੈ। ਇਹ ਦੂਸਰੇ ਨੂੰ ਵੇਖੀਏ ਭਲਾ ਕੀ ਜਵਾਬ ਦਿੰਦਾ। ਜੇ ਅਗਲੇ ਨੂੰ ਨਹੀਂ ਆਇਆ, ਇੱਕਦਮ ਮਾਈਂਡ 'ਚ ਆਉਂਦਾ ਹੀ ਨਹੀਂ, ਸਾਨੂੰ ਤਾਂ ਹੁਣ ਪਤਾ, ਤਾਂ ਉਹਦੀ ਫਿਰ ਬੇਇੱਜ਼ਤੀ ਕਰਨੀ ਤੇ ਆਪ ਹੀ ਪ੍ਰਸ਼ਨ ਕਰਨਗੇ, ਸਵਾਲ ਆਖਿਆ ਕਰਨਗੇ ਦੂਜੇ ਦੀ ਸ਼ੋਭਾ ਘਟਾਉਣ ਲਈ। ਤੇ ਅਗਲਾ ਉਹਦਾ ਉੱਤਰ ਦੇ ਦਿਆ ਕਰੇਗਾ ਤਾਂ ਆਪ ਹੀ ਕਹਿ ਦਿਆ ਕਰਨਗੇ ਮੈਂ ਤਾਂ ਪਹਿਲਾਂ ਹੀ ਜਾਣਦਾ ਸੀਗਾ, ਜਾਂ ਇੰਜ ਨਹੀਂ ਇੰਜ ਹੈ, ਜਾਂ ਆਪ ਹੀ ਪ੍ਰਸ਼ਨ ਦੇ ਉੱਤਰ ਨੂੰ ਜਾਣਦੇ ਹੋਣਗੇ, ਪਰ ਵਤੰਡਾਵਾਦ ਵਾਸਤੇ ਆਪ ਹੀ ਉਸ ਪ੍ਰਸ਼ਨ ਨੂੰ ਆਖਿਆ ਕਰਨਗੇ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਹਿੰਦੂ ਕੈ ਘਰ ਹਿੰਦੂ ਆਵੈ। ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਖੱਤਰੀ ਆਦਿਕ ਹਿੰਦੂ ਦੇ ਘਰ ਵਿੱਚ ਹਿੰਦੂ ਭਾਵ ਬ੍ਰਾਹਮਣ ਆਇਆ ਕਰਨਗੇ। ਅਤੇ ਸੂਤ ਜਨੇਊ ਪੜ ਗਲ ਪਾਵੈ। ਧਾਗੇ ਦਾ ਜਨੇਊ ਗਾਇਤਰੀ ਮੰਤਰ ਪੜ੍ਹ ਕੇ ਉਸ ਖੱਤਰੀ ਦੀ ਗਲ ਵਿੱਚ ਪਾ ਦਿਆ ਕਰਨਗੇ। ਸੂਤ ਪਾਏ ਕਰੇ ਬੁਰਿਆਈ। ਖੱਤਰੀ ਆਪਣੀ ਗਲ 'ਚ ਧਾਗੇ ਦਾ ਜਨੇਊ ਪਾ ਕੇ ਵੀ ਬੁਰੇ ਕਰਮ ਕਰਿਆ ਕਰੇਗਾ। ਨਾਤਾ ਧੋਤਾ ਥਾਏ
ਖੱਤਰੀ ਦਾ ਤੀਰਥਾਂ ਦੇ ਨਾਤਾ ਨਹਾਉਣਾ ਤੇ ਵਸਤਰ ਆਦਿਕ ਨੂੰ ਧੋਣਾ, ਜਾਂ ਨੀਤੀ ਧੋਤੀ ਕੀਤੀ ਹੋਈ ਜਾਂ ਅੰਦਰ ਆਦਿਕ ਨੂੰ ਧੋਣਾ, ਇਹ ਥਾਂ ਪਾਵ ਲੇਖੇ ਵਿੱਚ ਨਹੀਂ ਪੈਂਦਾ ਹੈ। ਮੁਸਲਮਾਨ ਕਰੇ ਵਡਿਆਈ, ਮੁਸਲਮਾਨ ਹਰ ਵਕਤ ਆਪਣੇ ਮਜ਼ਹਬ ਦੀ ਵਡਿਆਈ ਸ਼ੋਭਾ ਹੀ ਕਰਦੇ ਰਿਹਾ ਕਰਨਗੇ। ਇਹ ਮੁਸਲਮਾਨ ਧਰਮ ਸਾਰਿਆਂ ਤੋਂ ਸ੍ਰੇਸ਼ਟ ਹੈ, ਜਾਂ ਅਸੀਂ ਮੁਸਲਮਾਨ ਸ਼ਰ੍ਹਾ ਵਿੱਚ ਪੱਕੇ ਹਾਂ। ਗਣ ਗੁਰ ਪੀਰੈ ਕੋ ਥਾਏ ਨ ਪਾਈ, ਪਰ ਗੁਰੂ ਪੀਰ ਪੂਜਨੀ ਗੁਰਾਂ ਤੋਂ ਬਿਨਾ ਕੋਈ ਵੀ ਦਰਗਾਹ ਵਿੱਚ ਥਾਂ ਨਹੀਂ ਪਾਉਣਾ ਕਰੇਗਾ। ਭਾਵ ਮੁਸਲਮਾਨ ਵੀ ਅਜਿਹੇ ਬੇਧਰਮੀ ਹੋ ਜਾਣਗੇ। ਰਾਹੋ ਦਸਾਈ ਉੱਥੈ ਕੋ ਜਾਏ, ਜਾਂ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ, ਆਪਣੇ ਆਪ ਗੁਰੂ ਪੀਰ ਤੋਂ ਬਗੈਰ ਕੋਈ ਵੀ ਤੁਰਿਆ ਪਦ ਰੂਪੀ ਥਾਂ ਨੂੰ ਨਹੀਂ ਪਾਏਗਾ। ਰਾਹੋ ਦਸਾਏ ਉੱਥੇ ਕੋ ਜਾਏ, ਜਿੱਥੋਂ ਪਰਮੇਸ਼ਰ ਦੀ ਪ੍ਰਾਪਤੀ ਦਾ ਭਿਸਤ ਦਾ ਰਸਤਾ ਪੁੱਛੀਦਾ ਹੈ, ਉੱਥੇ ਸਤਸੰਗਤ ਵਿੱਚ ਤਾਂ ਕੋਈ ਹੀ ਜਾਇਆ ਕਰੇਗਾ। ਮੈਂ ਬਾਹਰਲੀਆਂ ਕੰਟਰੀਆਂ 'ਚ ਇਹ ਗੱਲ ਨੋਟ ਕੀਤੀ ਹੈ ਕਿ ਗੋਰਿਆਂ ਦੇ ਚਰਚ ਵਿਕ ਗਏ। ਕਿਉਂ ਵਿਕੇ? ਕਿ ਉਹਨਾਂ ਦੇ ਨਿਆਣੇ ਚਰਚਾਂ ਵਿੱਚ ਜਾਣਾ ਬੰਦ ਹੋ ਗਏ। ਸਮਾਂ ਅੱਜ ਕੱਲ੍ਹ ਮਾਡਰਨ ਐਡਵਾਂਸ ਚੱਲ ਰਿਹਾ ਤੇ ਰਾਤ ਦੇ 2-2 ਵਜੇ ਤੱਕ ਜਾਂ ਸਾਰੀ ਰਾਤ IT ਵਾਲੇ ਕੰਪਿਊਟਰ ਮੈਨ ਲੱਗੇ ਰਹਿੰਦੇ ਨੇ। ਸਵੇਰੇ ਕਿੰਨੇ ਵਕਤੇ ਉੱਠਣਾ? ਸ਼ਨੀ ਐਤਵਾਰ ਵੀ ਸਾਥੋਂ ਟਾਈਮ ਨਹੀਂ। ਇਸੇ ਪ੍ਰਕਾਰ ਰਾਹੋ ਦਸਾਏ ਉੱਥੈ ਕੋ ਜਾਏ, ਪ੍ਰੇਮਾ ਭਗਤੀ ਦੇ ਰਸਤੇ ਨੂੰ ਪੁੱਛ ਕਰਕੇ ਉੱਥੇ ਸੱਚਖੰਡ ਵਿੱਚ ਕੋਈ ਵਿਰਲਾ ਹੀ ਜਾਇਆ ਕਰੇਗਾ। ਕਰਨੀ ਬਾਝੋਂ ਪਿਸਤ ਨ ਪਾਏ, ਕੋਈ ਵੀ ਸ਼ੁਭ ਕਰਮੀ ਕਰਨੀ ਜਾਂ ਸ੍ਰੇਸ਼ਟ ਭਗਤੀ ਰੂਪ ਕਰਨੀ ਤੋਂ ਬਿਨਾ ਪਿਸਤ ਬੈਕੁੰਠ ਸਵਰਗ ਦੀ ਪ੍ਰਾਪਤੀ ਨੂੰ ਨਹੀਂ ਪਾ ਸਕੇਗਾ। ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ। ਜੋਗੀ ਕੈ ਕਾਰਾਂ ਜੁਗਤ ਦਸਾਈ, ਜਦ ਪਤਾ ਲੱਗੇਗਾ ਕਿ ਜੋਗੀ ਦੇ ਘਰ ਵਿੱਚ ਰੱਬ ਦੇ ਮਿਲਣ ਦੀ ਜੁਗਤੀ ਦੱਸੀ ਦੀ ਹੈ, ਭਾਵ ਜੋਗ ਦੀ ਜੁਗਤੀ ਦੀ ਪ੍ਰਾਪਤੀ ਹੁੰਦੀ ਹੈ। ਤਿਤ ਕਾਰਨ ਕਨ ਮੰਦਰਾ ਪਾਈ, ਇਸ ਜੁਗਤੀ ਦੇ ਲੈਣ ਵਾਸਤੇ ਜੋਗੀ ਪੁਰਖ ਕੰਨਾਂ ਵਿੱਚ ਮੁੰਦਰਾ ਪਾਉਣਾ ਕਰੇਗਾ। ਮੁੰਦਰਾ ਪਾਏ ਫੇਰਾ ਸੰਸਾਰ, ਕੰਨਾਂ ਦੇ ਵਿੱਚ ਮੁੰਦਰਾ ਪਾ ਕੇ ਮਗਰੋਂ ਦੁਨੀਆ ਵਿੱਚ ਟੁਕੜੇ ਮੰਗਦਾ ਫਿਰਦਾ ਰਹੇਗਾ। ਜੋਗੀ ਹੋਵਾ ਜਗ ਭਵਾ, ਘਰ ਘਰ ਭਿਖਿਆ ਲਿਓ, ਦਰਗਾਹ ਲਿਖਾ ਮੰਗੀਐ, ਕਿਸ ਕਿਸ ਉੱਤਰ ਦਿਓ। ਜਿੱਥੈ ਕਿਥੈ ਸਿਰਜਨਹਾਰ, ਜਿੱਥੇ ਕਿਤੇ ਮੁਕਤ ਹੋਣ ਵਾਲੀਆਂ ਗੱਲਾਂ ਦੀ ਰਚਨ ਵਾਲਾ ਬਣ ਬੈਠਦਾ, ਜਾਂ ਜਿੱਥੇ ਕਿਤੇ ਵੀ ਕਹਿੰਦਾ ਅਲੱਖ ਹੋ, ਪਰ ਆਪ ਰਚਨਹਾਰ ਪਰਮੇਸ਼ਰ ਤੋਂ ਬੇਮੁਖ ਹੈ। ਜੇਤੇ ਜੀਆ ਤੇਤੇ ਵਾਟਾਉ, ਜਿਤਨੇ ਵੀ ਸੰਸਾਰ ਵਿੱਚ ਜੀਵ ਆਏ ਹੋਏ ਨੇ ਉਤਨੇ ਸਭ ਰਾਹੀ ਬਣ ਕੇ ਆਏ ਹਨ। ਮਹਾਰਾਜ ਦਾ ਫਰਮਾਨ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਚੀਰੀ ਆਈ ਠਿਲ ਨ ਖਾਉ, ਚੀਰੀ ਨਾਮ ਹੈ ਚਿੱਠੀ ਦਾ। ਜਾਂ ਧਰਮ ਰਾਜੇ ਦੀ ਮੌਤ ਰੂਪੀ ਚਿੱਠੀ ਆ ਜਾਂਦੀ ਹੈ ਤਾਂ ਜਾਣ ਲੱਗੀਆਂ ਕਿਸੇ ਨੂੰ ਵੀ ਢਿੱਲ ਨਹੀਂ ਲੱਗਦੀ, ਕਿਸੇ ਨੂੰ ਵੀ ਦੇਰੀ ਨਹੀਂ ਲੱਗਦੀ। ਉਹ ਕਹਿੰਦੇ ਨੇ, ਚਲੋ ਸਿਤਾਬ ਦੀਵਾਨ ਬੁਲਾਇਆ, ਛੇਤੀ ਚੱਲੋ, ਤੁਹਾਨੂੰ ਰੱਬ ਨੇ
ਧਰਮਰਾਜ ਦੀ ਕਚਹਿਰੀ ਵਿੱਚ ਬੁਲਾਇਆ ਹੈ। ਚੱਲ ਦਰਹਾਲ, ਦਰਹਾਲ ਮਤਲਬ ਜੇ ਸਾਲ ਵਿੱਚ ਤੂੰ ਹੈ, ਚੱਲ ਦਰਹਾਲ ਦੀਵਾਨ ਬੁਲਾਇਆ। ਉਸੇ ਹਾਲ ਵਿੱਚ ਹੀ ਉੱਠ ਕੇ ਤੁਰ ਪਾ, ਤੈਨੂੰ ਰੱਬ ਨੇ ਕਚਹਿਰੀ ਵਿੱਚ ਬੁਲਾਇਆ ਹੋਇਆ ਹੈ। ਹਰ ਫਰਮਾਨ ਦਰਗਹਿ ਕਾਇਆ, ਜਿਵੇਂ ਜੱਜ ਦੇ ਸਾਹਮਣ ਆ ਜਾਂਦੇ ਨੇ ਉਸ ਵਕਤ ਕਚਹਿਰੀ ਵਿੱਚ ਜਾ ਕੇ ਪੇਸ਼ ਹੋਣਾ ਹੀ ਪੈਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਵੱਲੋਂ ਧਰਮਰਾਜੇ ਦੇ ਸਾਹਮਣ ਆ ਗਏ ਨੇ, ਇਸ ਲਈ ਹੁਣੇ ਤੈਨੂੰ ਜਾਣਾ ਪਏਗਾ। ਇਹ ਬੜੀਆਂ ਮਿੰਨਤਾਂ ਬੜੇ ਤਰਲੇ ਕਰਦਾ ਹੈ। ਕਰੋ ਅਰਦਾਸ ਗਾਮ ਕਿਛ ਬਾਕੀ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਪਿੰਡ ਵਿੱਚ ਅਜੇ ਮੇਰਾ ਬਕਾਇਆ ਹੈ। ਲਿਓ ਨਬੀ ਰਾਜ ਕੀ ਰਾਤੀ, ਅੱਜ ਦੀ ਰਾਤ ਮੈਨੂੰ ਦੇ ਦੇਵੋ, ਮੈਂ ਰਾਤੋਂ ਰਾਤ ਹੀ ਸਭ ਨਵੇੜਾ ਕਰ ਲਵਾਂਗਾ। ਕਿਛ ਵੀ ਖਰਚ ਤੁਮਾਰਾ ਸਾਰੋ, ਕੁਝ ਮੈਂ ਤੁਹਾਨੂੰ ਵੀ ਰਿਸ਼ਵਤ ਦੇ ਦਿਆਂਗਾ। ਸੁਬਹ ਨਿਵਾਜ ਸਰਾਈ ਗੁਜ਼ਾਰੋ, ਅੰਮ੍ਰਿਤ ਵੇਲੇ ਮੈਂ ਜਾ ਕੇ ਤੇ ਮਸੀਤ ਦੇ ਵਿੱਚ ਨਮਾਜ਼ ਪੜ੍ਹ ਲਵਾਂ, ਇੰਨਾ ਕੁ ਟਾਈਮ ਮੈਨੂੰ ਦੇ ਦਿਓ। ਉਹ ਕਹਿੰਦੇ ਨਹੀਂ ਭਾਈ, ਤੂੰ ਨਮਾਜ਼ ਦੀ ਗੱਲ ਕਰਦਾ, ਸਵੇਰ ਦੀ ਗੱਲ ਕਰਦਾ। ਸਵੇਰ ਹੋਣ ਤੱਕ ਤਾਂ ਆਪਾਂ ਬੈਤਰਨੀ ਨਦੀ 'ਤੇ ਪਹੁੰਚ ਜਾਵਾਂਗੇ, ਕਿੰਨਾ ਪੈਂਡਾ ਤੈਅ ਕਰ ਜਾਵਾਂਗੇ। ਸਾਡੇ ਕੋਲ ਟਾਈਮ ਨਹੀਂ ਹੈ, ਛੇਤੀ ਚੱਲ। ਡੰਡਾ ਫੜ ਕੇ ਜਿਸ ਤਰ੍ਹਾਂ ਡੰਗਰ ਅੱਗੇ ਲਾਈਦਾ, ਜੇ ਅੜੀ ਕਰੇਗਾ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਹੀ ਫਰਮਾਨ ਹੈ ਪੌੜੀ, ਵੱਡਾ ਹੋਇਆ ਦੁਨੀਆਦਾਰ, ਵੱਡਾ ਦੁਨੀਆਦਾਰ ਬਣਿਆ ਹੋਇਆ ਸੀ। ਗਲ ਸੰਗਲ ਘੱਤ ਚਲਾਇਆ, ਡੰਗਰ ਦੇ ਗਲ 'ਚ ਸੰਗਲ ਪਾ ਕੇ ਪਿੱਛੋਂ ਡੰਡਾ ਮਾਰ ਕੇ, ਜਿਵੇਂ ਅੱਗੇ ਨੂੰ ਤੋਰੀ ਦਾ ਉਹ ਟੀਟਨੇ ਮਾਰਦਾ ਜਾਂਦਾ, ਇੰਝ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲਿਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ, ਜੁੱਤੀਆਂ ਮਹਿੰਦਿਆਂ ਨੂੰ ਵਾਰ ਨਹੀਂ ਆਏਗਾ। ਹੁਣ ਸੁਣੀਏ ਕਿਆ ਰੂ ਆਇਆ, ਹੁਣ ਰੋਣਾ ਇਹਦਾ ਕੌਣ ਸੁਣੇਗਾ। ਮਨ ਅੰਦਰ ਜਨਮ ਗਵਾਇਆ, ਅੰਨੇ ਮਨ ਵਾਲੇ ਨੇ ਆਪਦਾ ਮਨੁੱਖਾ ਜਨਮ ਗਵਾ ਲਿਆ। ਸੋ ਇਸ ਲਈ ਚੀਰੀ ਆਈ ਢਿੱਲ ਨਾ ਕਾਊ, ਜਿਸ ਵੇਲੇ ਕਾਲ ਦੀ ਚਿੱਠੀ ਆ ਜਾਂਦੀ ਹੈ ਤਾਂ ਜਾਣ ਲੱਗਿਆ, ਕਿਸੇ ਨੂੰ ਵੀ ਦੇਰ ਨਹੀਂ ਲੱਗੇਗੀ। ਜੇਤੇ ਜੀ ਤੇ ਵਾਟਾਊ, ਇਹ ਸਭ ਰਾਹੀ ਨੇ। ਜਿਸ ਤਰ੍ਹਾਂ ਗੁਜਰ ਆਉਂਦੇ ਨੇ, ਗਵਾਲੇ ਆਉਂਦੇ ਨੇ, ਕੋਇਲ ਆਇਆ ਕੋਇਲੀ, ਇਹ ਵੀ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ। ਸ੍ਰੀ ਰਾਗ ਮਹਲਾ ਪਹਿਲਾ। ਕੋਇਲ ਆਇਆ ਕੋਇਲੀ, ਕਿਆ ਤਿਸ ਡੰਬ ਪਸਾਰ, ਮੋਹਲਤ ਪੁੰਨੀ ਚੱਲਣਾ, ਕਿਉਂ ਸੰਭਲ ਘਰ ਬਾਰ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੀ ਬਾਤ ਗੁਮਾਰ। ਰਹਾਉ ਜੈਸੇ ਰੈਣ ਪੁਰਾਹੁਣੇ, ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰਤਾ ਗ੍ਰਸਤ ਸਿਓ। ਇੱਥੇ ਪੂਰਾ ਰਾਰਾ ਹੈ, ਇਸ ਲਈ ਗ੍ਰਸਤ ਪਾਠ ਬਣੇਗਾ। ਜੇ ਪੈਰ 'ਚ ਹੋਏ ਫਿਰ ਗ੍ਰਸਤ ਬੋਲੀਦਾ। ਕਿਆ ਤੂੰ ਰਤਾ ਗ੍ਰਸਤ ਸਿਓ, ਸਾ ਫੁੱਲਾਂ ਕੀ ਬਾਗਾਤ। ਇਹ ਸਭ ਫੁੱਲਾਂ ਦੀ ਫੁਲਵਾੜੀ ਖਿੜੀ ਹੋਈ ਹੈ। ਫੁੱਲ ਹਮੇਸ਼ਾ ਖੜੇ ਨਹੀਂ ਰਹਿੰਦੇ। ਇਹ ਜਿੰਨੇ ਵੀ ਜੀ ਆਏ ਨੇ ਸੰਸਾਰ ਵਿੱਚ, ਇਹ ਸਭ ਰਾਹੀ ਬਣ ਕੇ ਆਏ ਹੋਏ ਨੇ। ਜਿਵੇਂ ਰਾਤ ਨੂੰ ਮੁਸਾਫਿਰ ਆਉਂਦੇ ਨੇ, ਪ੍ਰਾਹੁਣੇ ਘਰ ਆਉਂਦੇ ਨੇ, ਉੱਠ ਕੇ ਤੁਰ ਜਾਂਦੇ ਨੇ। ਮੌਸਮ ਚੇਂਜ ਹੋਣ ਤੋਂ ਗੁਜਰ ਰਾਜਸਥਾਨ ਵਿੱਚੋਂ ਪਾਣੀ ਦੀ ਘਾਟ ਕਰਕੇ ਇੱਥੇ ਪੰਜਾਬ ਦੇ ਵਿੱਚ ਜਾਂ ਦਰਿਆਵਾਂ ਜਿੱਥੇ ਪਾਣੀ ਹੋਵੇ ਉੱਥੇ ਆਉਂਦੇ ਨੇ। ਸ੍ਰੀ ਰਾਗ ਮਹਲਾ ਪਹਿਲਾ। ਕੋਇਲ ਆਇਆ ਕੋਇਲੀ, ਕਿਆ ਤਿਸ ਡੰਭ ਪਸਾਰ। ਗੁਜਰ ਲੋਕ ਰਾਜਸਥਾਨ ਦੇ ਵਿੱਚੋਂ ਆਉਂਦੇ ਨੇ। ਪਾਣੀ ਦੀ ਘਾਟ ਕਾਰਨ ਪੰਜਾਬ ਦੀ ਧਰਤੀ 'ਤੇ ਆ ਕੇ ਆਪਦੇ ਤੰਬੂ
ਆਪਦੀ ਝੌਂਪੜੀ ਜੀ ਬਣਾ ਕੇ ਬੈਠ ਜਾਂਦੇ ਨੇ। ਜਦ ਬਾਰਿਸ਼ਾਂ ਪੈ ਜਾਂਦੀਆਂ ਨੇ ਜਾਂ ਸਰਦੀ ਦਾ ਮੌਸਮ ਆ ਜਾਂਦਾ ਤਾਂ ਉਹ ਜਾਂਦੀ ਬਾਕੀ ਉਹ ਛੰਨ ਜੀ ਢਾਹ ਕੇ ਸਭ ਕੁਝ ਉੱਥੇ ਸੁੱਟ ਕੇ ਤੁਰ ਜਾਂਦੇ ਨੇ। ਸੰਸਾਰ ਵਿੱਚ ਆਉਣਾ ਇੱਕ ਗੁੱਜਰ ਗਵਾਲੇ ਦੀ ਤਰ੍ਹਾਂ ਹੈ। ਇਹਦੇ ਵਿੱਚ ਕੀ ਪਸਾਰਾ ਪਸਾਰਨਾ ਹੈ। ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਜਦ ਮੋਹਲਤ ਪੁੰਨੀ ਪੂਰੀ ਹੋਈ ਤਾਂ ਇੱਥੋਂ ਚੱਲਣਾ ਪੈਣਾ ਹੈ। ਇਸ ਲਈ ਹੀ ਗੁਰਮੁਖ ਪਿਆਰਿਆ, ਆਪਦੇ ਘਰ ਬਾਰ ਜਿੱਥੇ ਸੱਚਖੰਡ ਦੇ ਜਾ ਕੇ ਵਾਸਾ ਹੋਣਾ, ਪਰ ਲੋਕ ਦੇ ਘਰ ਬਾਰ ਨੂੰ ਸੰਭਾਲਣਾ ਕਰ। ਹਿਰਦੇ 'ਚ ਨਾਮ ਨੂੰ ਸੰਭਾਲ। ਕਿਆ ਥੋੜੜੀ ਬਾਤ ਗੁਮਾਨ ਰਹਾਉ। ਥੋੜੀ ਜੀ ਗੱਲ ਤੇ ਕੀ ਹੰਕਾਰ ਪਿਆ ਕਰਦਾ। ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਜਿਸ ਤਰ੍ਹਾਂ ਰਾਤ ਨੂੰ ਘਰ ਪ੍ਰਾਹੁਣੇ ਆਉਂਦੇ ਨੇ, ਸਵੇਰ ਹੋਣ ਤੇ ਉੱਠ ਕੇ ਆਪਦੇ ਘਰਾਂ ਨੂੰ ਤੁਰ ਜਾਂਦੇ ਨੇ। ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਕਿਆ ਤੂੰ ਰਤਾ ਗ੍ਰਸਤ ਸਿਓ ਸਫੁੱਲਾਂ ਕੀ ਬਾਗਾਤ। ਗ੍ਰਸਤ ਦਾ ਰਾਰਾ ਪੂਰਾ ਹੋਣ ਕਰਕੇ ਗ੍ਰਸਤ ਪਾਠ ਹੈ। ਜੇ ਪੈਰ 'ਚ ਰਾਰਾ ਹੋਵੇ ਫਿਰ ਗ੍ਰਸਤ ਬੋਲੀ ਦਾ। ਕਿਆ ਤੂੰ ਰਤਾ ਗ੍ਰਸਤ ਸਿਓ ਸਫੁੱਲਾਂ ਕੀ ਬਾਗਾਤ। ਇਹ ਫੁੱਲਾਂ ਦੀ ਬਗੀਚੀ ਹੈ। ਫੁੱਲ ਹਮੇਸ਼ਾ ਖਿੜਿਆ ਨਹੀਂ ਰਹਿੰਦਾ, ਮੁਰਝਾ ਜਾਂਦਾ ਹੈ। ਇਸ ਲਈ ਸਭ ਫੁੱਲਾਂ ਕੀ ਬਾਗਾਤ। ਹਰ ਗੁਣ ਗਾਉ ਮਣਾ ਸਤਿਗੁਰ ਸੇ ਪਿਆਰ। ਸੋ ਇੰਜ ਕਬੀਰ ਜੀ ਨੇ ਵੀ ਉਦਾਹਰਣ ਦਿੱਤੀ ਹੈ। ਕਹਿੰਦੇ ਨੇ ਕਿ ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਟਾਹਣੀ ਦੇ ਉੱਪਰ ਪੰਛੀ ਆ ਕੇ ਬੈਠਦਾ ਤੇ ਸਵੇਰ ਹੋਣ ਤੋਂ ਪਹਿਲਾਂ ਹੀ ਉੱਡ ਜਾਂਦਾ ਹੈ। ਦੂਜੀ ਰਾਤ ਜ਼ਰੂਰੀ ਨਹੀਂ ਵੀ ਉਸ ਟਾਹਣੀ ਦੇ ਆ ਕੇ ਬੈਠੇ। ਇਸੇ ਪ੍ਰਕਾਰ ਇੱਕ ਵਾਰ ਮਨੁੱਖਾ ਸਰੀਰ ਛੁੱਟ ਗਿਆ ਤਾਂ ਦੁਬਾਰ ਤੋਂ ਪਤਾ ਨਹੀਂ ਉਹਨਾਂ ਘਰਾਂ 'ਚ ਆਉਣਾ ਮਿਲੇ ਜਾਂ ਨਾ ਮਿਲੇ, ਪਤਾ ਨਹੀਂ ਬੰਦੇ ਦੀ ਜੂਨ ਮਿਲੇ ਜਾਂ ਨਾ ਮਿਲੇ। ਸੋ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜੇਤੇ ਜੀ ਤੇਤੇ ਵਾਟਾਉ। ਜਿਤਨੇ ਵੀ ਜੀ ਸੰਸਾਰ ਵਿੱਚ ਆਏ ਹੋਏ ਨੇ ਉਤਨੇ ਸਭ ਰਾਹੀ ਬਣ ਕੇ ਆਏ ਨੇ। ਚੀਰੀ ਆਈ ਢਿੱਲ ਨਾ ਕਾਉ। ਚੀਰੀ ਨਾਮ ਹੈ ਚਿੱਠੀ ਦਾ। ਜਿਸ ਵਕਤ ਧਰਮ ਰਾਜੇ ਦੀ ਮੌਤ ਰੂਪੀ ਚਿੱਠੀ ਆਉਂਦੀ ਹੈ ਤਾਂ ਜਾਣ ਲੱਗਿਆ ਕਿਸੇ ਨੂੰ ਵੀ ਦੇਰ ਨਹੀਂ ਲੱਗਣੀ, ਨਾ ਉਹਨਾਂ ਦੇਰ ਲੱਗਣ ਦੇਣੀ ਹੋਈ ਹੈ। ਉਹਨਾਂ ਕਹਿਣਾ ਹੈ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾਇਆ। ਵੀ ਛੇਤੀ ਚੱਲ, ਜਿਸ ਹਾਲ ਦੇ ਵਿੱਚ ਹੈ ਉਸੇ ਹਾਲ ਵਿੱਚ ਹੀ ਚੱਲ। ਹਰੀ ਦੀ ਦਰਗਾਹ ਦਾ ਕਚਹਿਰੀ ਦਾ ਹੁਕਮਨਾਮਾ ਆ ਗਿਆ ਹੈ। ਕਰੋ ਅਰਦਾਸ ਗਾਮ ਕਿਛ ਬਾਕੀ। ਇਹ ਬੇਨਤੀ ਕਰਤਾ ਕਿ ਪਿੰਡ ਵਿੱਚ ਮੇਰੀ ਅਜੇ ਬਾਕੀ ਬਕਾਇਆ ਹਿਸਾਬ ਕਿਤਾਬ ਹੈ। ਲਿਓ ਨਵੇਰੇ ਅੱਜ ਕੀ ਰਾਤੀ। ਅੱਜ ਦੀ ਰਾਤ ਮੈਂ ਨਵੇੜਾ ਕਰ ਲਵਾਂਗਾ। ਇੱਕ ਰਾਤ ਮੈਨੂੰ ਦੇ ਦਿਓ। ਕਿਛ ਵੀ ਖਰਚ ਤੁਮਾਰਾ ਸਾਰੋਂ। ਰਿਸ਼ਵਤ ਦੇਣ ਦਾ ਸੁਭਾਅ ਜੋ ਹੈ, ਜਿਹੜਾ ਕੰਮ ਹੋਵੇ ਨਾ ਉਹ ਰਿਸ਼ਵਤ ਦੇ ਕੇ ਕਰਾਉਣਾ। ਯਮਦੂਤਾਂ ਨੂੰ ਕਹਿੰਦਾ ਵਿੱਚੋਂ ਮੈਂ ਤੁਹਾਡਾ ਵੀ ਖਰਚਾ ਪਾਣੀ ਕਰ ਦਿਆਂਗਾ। ਕਿਛ ਵੀ ਖਰਚ ਤੁਮਾਰਾ ਸਾਰੋਂ। ਸੁਬਹ ਨਵਾਜ਼ ਸਰਾਏ ਗਜਾਰੋਂ। ਸੁਬਹ ਮੈਨੂੰ ਮਸਜਿਦ ਵਿੱਚ ਨਮਾਜ਼ ਪੜ੍ਹ ਲੈਣ ਦਿਓ। ਕਹਿੰਦੇ ਨਹੀਂ ਭਾਈ ਜਲਦੀ ਚੱਲ, ਹੁਣ ਤੈਨੂੰ ਇੱਥੋਂ ਜਾਣਾ ਪੈਣਾ ਹੈ। ਜਿਸ ਵਕਤ ਸੁਨੇਹਾ ਆ ਜਾਂਦਾ ਹੈ ਤਾਂ ਉਸ ਵਕਤ ਢਿੱਲ ਨਹੀਂ ਪੈਂਦੀ, ਉੱਥੋਂ ਜਾਣਾ ਹੀ ਪੈਂਦਾ। ਕਹਿੰਦੇ ਸਵੇਰ ਹੋਣ ਤੱਕ ਤਾਂ ਬੈਤਰਨੀ ਨਦੀ ਤੇ ਤੈਨੂੰ ਪਹੁੰਚਾ ਦਿਆਂਗੇ। ਤੂੰ ਕਿਹੋ ਜਿਹੀਆਂ ਬਾਤਾਂ ਮਾਰ ਰਿਹਾ। ਸੋ ਚੀਰੀ ਆਈ ਢਿੱਲ ਨਾ ਖਾਓ। ਬਾਦਸ਼ਾਹ ਫਰਮਾਉਂਦੇ ਨੇ ਅੱਗੇ, ਇੱਥੇ ਜਾਣ ਸੋ ਜਾਏ ਸਿਆਣ। ਜਿਹੜਾ ਇੱਥੇ ਸਾਧ ਸੰਗਤ ਦੁਆਰਾ ਗੁਰਾਂ ਦੇ ਉਪਦੇਸ਼ ਨੂੰ ਜਾਣਦਾ ਸੋ ਉਹ ਦਰਗਾਹ ਦੇ ਵਿੱਚ ਜਾ ਕੇ ਸਿਆਣਿਆ ਜਾਵੇਗਾ। ਇੱਥੇ ਸਾਧ ਸੰਗਤ ਦੇ ਵਿੱਚ ਜਿਹੜਾ ਆਪਦੀ ਪਹਿਚਾਣ ਬਣਾਉਂਦਾ ਹੈ। ਸਾਧ ਸੰਗਤ ਸੱਚਖੰਡ ਹੈ, ਆਏ ਝਰੋਖ ਹੈ ਖੁੱਲ੍ਹੇ ਬਾਰੀ। ਸੰਗਤ ਹੀ ਇੱਕ ਸੱਚਖੰਡ ਹੈ ਦੁਨੀਆ ਦਾ, ਜਿਹਦੇ ਵਿੱਚ ਝਰੋਖੇ ਤੇ ਬਾਰੀਆਂ ਖੋਲ੍ਹ ਕੇ ਕਹਿੰਦੇ ਬੈਠੋ।
आ गर्मी का दिन है, बूहे बारियां खुलियां ने, सोहनी हवा रही, साह सौखा है। जे बंद करके बह जाएंगे साह कुटूगा। तो आप दियां अखां, आप दा मूँह, आप दे कन, इनू खोल के बैठना, यानी महाराज दे सिमरन, चित सिमरन करो, नैन अवलोकनो, श्रवण बाणी सो जस पूर राखो, मन सुमध कर करो, चरण हिरदे तरो, रसना अमृत राम नाम पाखो। इंज आप दियां इंद्रियां नूं खोल के संगत रूपी बैकुंठ घर विच बैठना, ये महाराज नाल पहचान बनाउणी है। ये भी घर उसदा है ते परलोक सचखंड भी उसदा है। जिहदी इत्थे पहचान बन जाएगी ओहदी इत्थे जान है। जिहड़ा इत्थे जाणिया जाएगा ये गुरु दा सिख है, ग्रंथी सिंह है, पाठी सिंह है, ये महाराज दा सतसंगी है, सो जाए सिंझाना। जब मरण तो बाद बैकुंठ जाएगा तो उत्थे सियाणिया जाएगा। ये वही गुरसिख है जिहड़ा संगत करदा सीगा। होर फकड़ हिंदू मुसलमान, सो गुरु उपदेश मन्ने तो बिना, आप दे स्वरूप नूं जानन तो बिना, जिन्ने भी होर भावें कोई हिंदू है, भावें कोई मुसलमान है, ते भावें सिख भी है। सिख तो जिहड़ा सिक्ख्या मनदा, जिहड़ा सिक्ख्या मनदा ही नहीं, गुरुद्वारे आउंदा ही नहीं, संगत नहीं करदा, नितनेम ही नहीं है, कोई भी है, वो सब फकड़ फजूल दियां बातां मार रिहा, ਉਹਦਾ कोई मतलब नहीं है। वो दरगाह दे विच फकड़ पकड़े जाणगे, कैदी कीते जाणगे। सो जिहड़ा गुरु उपदेश द्वारा अपने स्वरूप नूं जाणदा, वो बैकुंठ विच जाके सियाणिया जाएगा। इसे प्रकार और फकड़ हिंदू मुसलमान, भावें कोई मुसलमान है ते भावें कोई हिंदू है। सो ये जे करनी नहीं है, मुसलमान मोम दिल होवे, मुसलमान का भाव है कि नरम दिल होवे। ते जिहड़ा हिंदू है, हिंदू नाम वैसे चोर दा है, वेदां च हिंदू नहीं ब्राह्मण आया है। ते पर जे कोई कहाए तो वो केसाधारी, राम जी कृष्ण जी वांग, देवी देवतियां वांग धर्मी बने, वाहिगुरु प्रभु का नाम जपे। जे उन्हां दी करनी मर्यादा नहीं है तो जिहड़ा मर्जी धर्म बना ले, वो दरगाह च पकड़े जाणगे ते नाम रखाया सा फजूल है। साना का तर लिखा होए, सारियां दा वाहिगुरु दी दरगाह दे विच लेखा हिसाब किताब होएगा। करनी बाचा हो तर न कोई, भगती रूप करनी तो बिना कोई भी संसार समुंदर तो तर नहीं सकता है। सचो सच वखाण कोई, जिहड़ा सच्चे गुरां दे उपदेश दा सरवण करके सच्चे दा मनन करेगा अते फिर सच्चे दा कोई वखियान करेगा। नानक अग्गे पुछ न होए, सतगुरु नानक देव साहिब जी महाराज कथन करते ने कि उसदी अगे दरगाह दे विच फिर कोई पुछ पड़ताल नहीं होएगी, भाव उसका लेखा नहीं होवेगा। इहो संसार बेकार संशय में है, तरियो ब्रह्म ज्ञानी, कोई ब्रह्म ज्ञानी ही इतों डरदा है। नहीं तो भावें कोई सिख है, भावें कोई मुसलमान है, ते भावें कोई हिंदू है, ते भावें ईसाई है, इन्हें भी साडे सिखां दा लेखा नहीं होना, लेखा साडा भी होना है जिन्ना चिर ब्रह्म ज्ञानी नहीं बने। ये गुरु साहिब की मर्जी है कि मरण तो मिनट पहला, 2 मिनट पहला, 5 मिनट पहला ब्रह्म ज्ञान बख्श दे, पर मुक्त ब्रह्म ज्ञानी हुंदा है। नहीं तो आपां सबना नूं लेखा देना पैना है। सो इस वास्ते पौड़ी, सो तीजे पातशाह धन गुरु अमरदास साहिब जी महाराज अगे ये जो सासंग जी रामकली दी वार है, यदि पौड़ी उचारण करते ने। 11वीं पौड़ी, हर कमंदर आखिया, सो
ਇਹ ਹਰੀ ਦਾ ਮੰਦਰ ਕਹੀਦਾ ਹੈ। ਆਇਆ ਕੋਟ ਗੜ ਇਹ ਜੋ ਕਾਇਆ ਦੇ ਰੂਪ ਕਿਲਾ ਗੜ ਘੜਿਆ ਹੋਇਆ ਹੈ, ਇਹ ਹਰੀ ਦਾ ਮੰਦਰ ਕਹੀਦਾ ਹੈ। ਹਰ ਮੰਦਰ ਇਹੋ ਸਰੀਰ ਹੈ, ਪਰ ਤਾਂ ਹੈ ਜੇ ਗਿਆਨ ਰਤਨ ਪ੍ਰਗਟ ਹੋਏ, ਜੇ ਗਿਆਨ ਰੂਪੀ ਰਤਨ ਨੂੰ ਪ੍ਰਗਟ ਕਰ ਲਵੇ। ਨਹੀਂ ਤਾਂ ਜੇ ਬੀੜੀਆਂ ਪੀ ਕੇ, ਤੰਬਾਕੂ ਖਾ ਕੇ, ਪਾਨ ਚੱਬ ਕੇ ਇਹਨੂੰ ਬਰਬਾਦ ਕਰ ਲਿਆ ਸ਼ਰਾਬਾਂ ਕਬਾਬਾਂ ਨਾਲ, ਫਿਰ ਥੋੜ੍ਹਾ ਹਰੀ ਦਾ ਮੰਦਰ ਰਹਿਣਾ। ਤੋ ਇਸ ਲਈ ਹਰੀ ਦਾ ਮੰਦਰ ਤਾਂ ਕਹੀਦਾ ਹੈ ਜੇਕਰ ਇਹ ਗਿਆਨ ਦਾ ਰਤਨ ਪ੍ਰਗਟ ਕਰ ਲਵੇ। ਜਾਂ ਇਸੇ ਪ੍ਰਕਾਰ ਹਰ ਕਾ ਮੰਦਰ ਆਖੀਆ, ਇਹੀ ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਹਰੀ ਮੰਦਰ ਕਹੀਦਾ ਹੈ। ਕਾਇਆ ਕੋਟ ਗੜ ਸੰਸਾਰ ਰੂਪੀ ਤਾਂ ਗੜ ਕਿਲਾ ਹੈ, ਇਹਦੇ ਅੰਦਰ 84 ਲੱਖ ਜੂਨਾਂ ਇਹ ਕਿਲੇ ਦੀ ਤਰ੍ਹਾਂ ਹਨ, ਅਤੇ ਮਨੁੱਖਾਂ ਦੇ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਹਰੀ ਮੰਦਰ ਕਹੀਦਾ ਹੈ। ਜਾਂ ਦੇ ਰੂਪ ਕਿਲੇ ਦੇ ਅੰਦਰ ਜੋ ਹਿਰਦੇ ਰੂਪੀ ਕਿਲਾ ਹੈ, ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਮੰਦਰ ਕਹੀਦਾ ਹੈ। ਜਾਂ ਮਨੁੱਖਾਂ ਦੇ ਇੱਕ ਕਿਲਾ ਬਣਿਆ ਹੋਇਆ ਹੈ, ਔਰ ਇਸ ਕਿਲੇ ਵਿੱਚ ਆਕੀ ਸਥਾਨ ਮਨ ਬਣਿਆ ਹੈ। ਜਾਂ ਗੜਾਂ ਵਿੱਚੋਂ ਜੋ ਮਨੁੱਖਾਂ ਦੇ ਰੂਪ ਕਿਲਾ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਮੰਦਰ ਆਖੀਦਾ ਹੈ। ਅੰਦਰ ਲਾਲਜ ਵੇ ਹਰੀ, ਜੋ ਗੁਰਮੁਖਾਂ ਦੇ ਹਿਰਦੇ ਅੰਦਰ ਲਾਲ ਕਹੀਏ ਪ੍ਰੇਮ ਤੇ ਜਵੇਹਰੀ ਰੂਪ ਗਿਆਨ ਆਦਿਕ ਸ਼ੁਭ ਗੁਣ ਹਨ। ਗੁਰਮੁਖ ਹਰ ਨਾਮ ਬੜ, ਇਹ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਦੀ ਪੜ੍ਹਾਈ ਨੂੰ ਪੜ੍ਹ ਕੇ ਪ੍ਰਾਪਤ ਕੀਤੇ ਨੇ। ਸਤ ਸੰਗਤ ਸਤਿਗੁਰ ਚਟ ਸਾਲ ਹੈ, ਜਿਤ ਹਰ ਗੁਣ ਸਿੱਖਾ। ਸਤ ਸੰਗਤ ਇੱਕ ਪਾਠਸ਼ਾਲਾ ਸਕੂਲ ਹੈ, ਜਿਹਦੇ ਵਿੱਚ ਗੁਰੂ ਰੂਪੀ ਟੀਚਰ ਦੇ ਪਾਸੋਂ ਹਰੀ ਦੀ ਪ੍ਰਾਪਤੀ ਦੇ ਗੁਣ ਪੜ੍ਹੇ ਜਾਂਦੇ, ਸਿੱਖੇ ਜਾਂਦੇ ਹਨ। ਸੋ ਗੁਰਮੁਖਾਂ ਨੇ, ਜਿਵੇਂ ਪ੍ਰਹਿਲਾਦ ਨੇ ਨਾਰਦ ਮੁਨੀ ਦੇ ਆਸ਼ਰਮ ਦੇ ਵਾਹਿਗੁਰੂ ਨਾਮ ਦੀ ਪੜ੍ਹਾਈ ਜਨਮ ਤੋਂ ਪਹਿਲਾਂ ਹੀ ਪੜ੍ਹ ਰਹੀ, ਫਿਰ ਕਹਿ ਦਿੱਤਾ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੂ ਔਰ ਪੜਨ ਸਿਓ ਨਹੀਂ ਕਾਮ। ਇਉਂ ਗੁਰਮੁਖ ਪਿਆਰਿਆਂ ਨੇ ਸਤ ਸੰਗਤ ਰੂਪੀ ਸਕੂਲ 'ਚ ਬੈਠ ਕੇ ਹਰੀ ਨਾਮ ਦੀ ਪੜ੍ਹਾਈ ਨੂੰ ਪੜ੍ਹ ਕੇ ਪਰਪੱਕ ਕੀਤਾ ਹੈ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਉਹਨਾਂ ਦਾ ਹਰੀ ਦੀ ਪ੍ਰਾਪਤੀ ਦਾ ਇਹ ਮਨੁੱਖਾ ਸਰੀਰ ਰੂਪੀ ਮੰਦਰ ਅਤਿਅੰਤ ਸ਼ੋਭਨੀਕ ਹੈ। ਹਰ ਹਰ ਨਾਮ ਦੇੜ, ਜਿਨ੍ਹਾਂ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਅੰਦਰ ਦ੍ਰਿੜ ਕੀਤਾ, ਪਰਪਾ ਕੀਤਾ, ਵਸਾਇਆ ਹੋਇਆ ਹੈ। ਪਾਊਡਰ ਕਰੀਮਾਂ ਲਾ ਕੇ ਨਹੀਂ ਬੰਦਾ ਸੋਹਣਾ ਬਣਦਾ। ਸਿਆਣਿਆਂ ਦਾ ਕਹਿਣਾ ਕਿ ਬੰਦਾ ਅਕਲ ਤੋਂ ਸੋਹਣਾ ਹੁੰਦਾ, ਸ਼ਕਲ ਤੋਂ ਨਹੀਂ ਪਹਿਚਾਣਿਆ ਜਾਂਦਾ। ਗੱਲਬਾਤ ਕਰੋ, ਵਰਤੋਂ ਵਿਵਹਾਰ ਕਰੋ ਤਾਂ ਉਹਦੀ ਸੁੰਦਰਤਾ ਜ਼ਾਹਰ ਹੁੰਦੀ ਹੈ ਵੀ ਕਿੰਨੇ ਉਹਦੇ 'ਚ ਗੁਣ ਨੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਸੋ ਸਤ ਸੰਗਤ ਦੇ ਵਿੱਚ ਹੋਰ ਤਾਂ ਗੱਲਾਂ ਕੀ ਕਰਨੀਆਂ, ਸੁਰਮਾ ਪਾ ਕੇ ਵੀ ਨਹੀਂ ਆਉਣਾ ਚਾਹੀਦਾ। ਇੱਕ ਵਾਰ ਮੈਂ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦੀਆਂ ਪਰਿਕਰਮਾਂ 'ਚੋਂ ਨਿਗਾਹ ਵਾਸਤੇ ਸੁਰਮਾ ਖਰੀਦ ਲਿਆ, ਠੰਡਾ ਕਹਿੰਦੇ ਸੁਰਮਾ, ਤੇ ਪਾ ਕੇ ਜਦ ਬਾਹਰ ਨਿਕਲਿਆ ਜਥੇਦਾਰ ਨੇ ਬਾਂਹ ਤੋਂ ਫੜ ਲਿਆ, ਕਹਿੰਦੇ ਤੂੰ ਸੁਰਮਾ ਪਾਇਆ। ਮੈਂ ਕਿਹਾ ਬਾਬਾ ਜੀ ਇਹ ਤਾਂ ਨਿਗਾਹ ਵਾਸਤੇ ਲਿਆਂਦਾ। ਕਹਿੰਦੇ ਨਹੀਂ, ਰਾਤ ਨੂੰ ਪਾ ਕੇ ਸੌਵੋ, ਸਵੇਰੇ ਮੂੰਹ ਧੋ ਕੇ ਗੁਰਦੁਆਰੇ ਆਓ 7 ਵਜੇ ਜੀ। ਮਤਲਬ ਵੀ ਇੱਕ ਸ਼ਿੰਗਾਰ ਹੈ। ਸੈਂਟ ਲਾ ਕੇ ਆਉਣਾ ਵੀ ਮਨਾ ਹੈ। ਮੈਨੂੰ ਤਾਂ ਕੁਦਰਤ ਤੌਰ ਤੇ ਨਸੀਰ ਫੁੱਟ ਪੈਂਦੀ ਆ ਤੇ ਛਿੱਕਾਂ ਹੋਣ ਲੱਗ ਪੈਂਦੀਆਂ, ਜ਼ੁਕਾਮ ਲੱਗ ਜਾਂਦਾ, ਉਲਟੀ ਸਿੱਧੀ ਸਮੈਲ ਜਦ ਨੱਕ ਨੂੰ ਚੜੇ
तो गुरु घर दे विच हरेक बंदे ने आना बैठना। जे सेंट महाराज ने दिता तो गुरु ग्रंथ साहब महाराज सच्चे पातशाह नूं भेटा करिए इन्हां दे पावन रुमालियां दे, और गुरु के दरबार दे विच काम आवे कितना चंगा होवे। साडे शरीर ने की काम करना, कोई फायदा नहीं, मुड़काए तो फिर बदबू ही मारनी है। तो इसलिए सेंट ला के आना भी गुरुद्वारे मना जे, होर गल्लां बड़ियां दूर दियां। तो सुंदरता तो परमात्मा ने दिती हुई है, ये आपदी मर्जी नाल आईब्रो बना के नहीं बनती है, मूँह सवारन नाल कुछ नहीं हुंदा। सो पातशाह फरमाउंदे ने जिहड़े संगत दे विच बैठदे ने और भगती करते ने, नाम जपते ने, संगत दे विच सेवा करते हैं, भावें कि वह वेखण नूं जिस तरह के मर्जी होण, पर वो गुणां दे नाल भरपूर होने करके सुंदरताई वाले ने। गुरु साहब की निगाह दे विच सेई सुंदर सोहणे साध संग जिन बहने, हर तन जिनी संजिया सेई गंभीर उपार जियो। ये हरी दा मंदिर तां शरीर रब ने पहले ही सोहना बनाया होया। आपां बना केस कट के सिर दे वाल जां दाढ़ी मुच्छां कट के की सोहने बनांगे भाई, आईब्रो बना के की सोहने बनांगे, रब ने तां पहला ही सोहना बनाया होया। तो इहदी प्राप्ति करके सानू माला फेरनी चाहिए, हरी दा नाम मन विच परपक्क करना चाहिए। जिन्ना कीता वो सुंदर सोहने ने। हर हर नाम देड़, इसलिए वाहिगुरु वाहिगुरु नाम नो जपदिया होया दृढ़ करो, परपक्क करो। मन मुख आप खुआया ना, मनमत नूं धारन वाले पुरखा ने अपने आप नूं वाहिगुरु दे स्वरूप वल्लों भुला लिया है। माया मोह नित काड़, क्योंकि वो निता प्रति माया दे मोह दे विच कटदे झूरदे रहिंदे हन। सबना साहब सबना साहिब एक है, सारियां दा मालक एक अकाल पुरख वाहिगुरु ही है। आपां दा फजूल दे मालक बने हुए हाँ। साहब जी ये फजूल दा अखवा रहे हैं। सबना दा साहब अकाल पुरख वाहिगुरु है। निहंग नहीं किसी नूं मनदे, जिन्ना मर्जी कोई साहब सूब होवे, वो कहते भी साडा तां गुरु गोबिंद सिंह पातशाह है। तो इसलिए ना तो तुसीं किसी निहंग मंगदा देखोगे सड़क के किनारे थे, जिन्हें बाणा पाया होगा गुरु साहब का ते महाराज की रहत पंज बाणियां दा नितनेमी, उन्होंने मंगण की लोड़ ही नहीं पैंदी, भावें उन्हां कोल कुछ भी नहीं है, ते पर वो रहिंदे आपदे आनंद च ने भी साडा तां साहब वाहिगुरु अकाल पुरख ही है। क्यों सबना दा मालक वो वाहिगुरु है। पूरा भाग पाया जाई, पर पाया पूरे भागा निष्काम कर्मा करके ही जांदा, उहदे स्वरूप नूं पूरे भागा नाल प्राप्त किया जाता है। वाहो वाहो सच्चे पातशाह, श्री गुरु हरगोबिंद साहब जी का हुक्म है, क्योंकि 11वीं पौड़ी की समाप्ति हो रही है। महाराज का हुक्म है कि हरेक पौड़ी की समाप्ति तो ये पंक्ति लाजमी पढ़नी है। वाह वाह सच्चे पातशाह, ये सच्चे पातशाह तू आश्चर्य अति विस्माद रूप है। तू सच्ची नाई अते तू हो सच्ची महिमा दी आवाज वाला।